खैर ਆਪਾਂ ਸਿਪਵਾਕ ਦੁਆਰਾ ਉਠਾਏ ਪੇਸ਼ਕਾਰੀ ਦੇ ਮੁੱਦੇ ਤੇ ਵਾਪਸ ਆਉਣੇ ਆ। ਪੇਸ਼ਕਾਰੀ ਨੂੰ ਲੈ ਕੇ ਹੁਣ ਦੋ ਤਰ੍ਹਾਂ ਦੀਆਂ ਸਿਪਵਾਕ ਵਿਚਾਰਤਾਵਾਂ ਪੇਸ਼ ਕਰ ਦਿੰਦੀ ਆ। ਇੱਕ ਪਾਸੇ ਉਹ ਕਿ ਹਾਸ਼ੀਆਗਤ ਆਪਣੇ ਆਪ ਨੂੰ ਪੇਸ਼ ਕਰ ਸਕਦਾ, ਤੇ ਦੂਜੀ ਇਹ ਕਿ ਉਹ ਪੇਸ਼ ਨਹੀਂ ਕਰ ਸਕਦਾ ਤੇ ਉਹਨੂੰ ਕਿਸੇ ਹੋਰ ਦੁਆਰਾ ਪੇਸ਼ਕਾਰੀ ਦਿੱਤੇ ਜਾਣ ਦੀ ਲੋੜ ਆ। ਸਿਪਵਾਕ ਅਨੁਸਾਰ ਪੱਛਮੀ ਚਿੰਤਨ ਦੀਆਂ ਇਹ ਦੋਵੇਂ ਧਾਰਨਾਵਾਂ ਅਸਲ ਦੇ ਵਿੱਚ ਹਾਸ਼ੀਆਗਤ ਨੂੰ ਖਾਮੋਸ਼ ਕਰਦੀਆਂ ਹਨ। ਉਸ ਅਨੁਸਾਰ ਇਸ ਤਰ੍ਹਾਂ ਹੋਣ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਹਾਸ਼ੀਆਗਤ ਅਤੇ ਗਾਲਬ ਤੰਤਰ ਦੇ ਸੰਬੰਧਾਂ ਦੀ ਵਿਸ਼ੇਸ਼ ਸਥਾਨਕਤਾ ਨੂੰ ਅੱਖੋਂ ਓਹਲੇ ਕੀਤਾ ਜਾਂਦਾ। ਇਹ ਗੱਲ ਹੁਣ ਸਮਝਣ ਵਾਲੀ ਆ ਕਿ ਜਦੋਂ ਕਿਸੇ ਨੂੰ ਪੇਸ਼ਕਾਰੀ ਦਿੱਤੀ ਜਾਂਦੀ ਆ ਤਾਂ ਅਸੀਂ ਹਰੇਕ ਉਸ ਸਥਾਨਕਤਾ ਨੂੰ ਜਿਸ ਵਿੱਚ ਉਹ ਹਾਸ਼ੀਆਗਤ ਰਹਿੰਦਾ ਉਹਨੂੰ ਦਰਕਨਾਰ ਕਰਦੇ ਆ। ਕਹਿੰਦੇ ਪੱਛਮੀ ਚਿੰਤਨ ਦਰਕਨਾਰ ਕਰਦਾ ਕਿ ਮੰਨ ਲਓ ਕਿ ਉਹਨਾਂ ਨੇ ਭਾਰਤ ਦੇ ਹਾਸ਼ੀਆਕ੍ਰਿਤ ਲੋਕਾਂ ਨੂੰ ਜਾਂ ਹਾਸ਼ੀਆਗਤ ਲੋਕਾਂ ਨੂੰ ਪੇਸ਼ਕਾਰੀ ਦੇਣੀ ਆ, ਤਾਂ ਇੱਥੇ ਕਿਸ ਤਰ੍ਹਾਂ ਦਾ ਪ੍ਰਬੰਧ ਆ, ਉਹਨਾਂ ਦਾ ਸੱਭਿਆਚਾਰ ਕਿਸ ਤਰ੍ਹਾਂ ਦਾ, ਇੱਥੋਂ ਦੇ ਸੱਤਾ ਨਾਲ ਉਹਨਾਂ ਦੀ ਕਿਸ ਤਰ੍ਹਾਂ ਦੀ ਸਥਿਤੀ ਆ, ਸੱਤਾ ਨੇ ਉਹਨੂੰ ਕਿਸ ਤਰੀਕੇ ਨਾਲ ਹਾਸ਼ੀਆਗਤ ਕੀਤਾ ਹੋਇਆ, ਜਿਹੜੀਆਂ ਉਹ ਸਥਾਨਕ ਚੀਜ਼ਾਂ ਨੇ ਉਹਨਾਂ ਨੂੰ ਅੱਖੋਂ ਓਹਲੇ ਕਰ ਦਿੰਦੇ ਨੇ ਪੇਸ਼ਕਾਰੀ ਦੇਣ ਵੇਲੇ। ਤੇ ਜਦੋਂ ਅੱਖੋਂ ਓਹਲੇ ਕਰਦੇ ਆ ਤਾਂ ਜਿਹੜੀ ਪੇਸ਼ਕਾਰੀ ਆ ਉਹ ਹਮੇਸ਼ਾ ਹੀ ਜਿਹੜੀ ਆ ਉਹ ਗਲਤ ਹੋ ਜਾਂਦੀ ਆ। ਸਿਪਵਾਕ ਅਨੁਸਾਰ ਉਹ ਇਹ ਤਾਂ ਮੰਨਦੀ ਹੈ ਕਿ ਜਿਹੜੇ ਦੋਵੇਂ ਚਿੰਤਕ ਸੀ ਡਿਲਿਊਜ਼ ਅਤੇ ਫੂਕੋ, ਉਹਨਾਂ ਨੇ ਸਿਧਾਂਤਕਾਰੀ ਦੇ ਪੱਖ ਤੋਂ ਕਿ ਜਦੋਂ ਥਿਊਰੀ ਬਣਾਈ ਕਿ ਜਿਹੜਾ ਸੈਲਫ ਆ, ਜਿਹੜਾ ਬੰਦੇ ਦਾ ਆਤਮ ਆ, ਉਹਨੂੰ ਉਹ ਕੋਈ ਪ੍ਰਮਾਤਮਾ ਵੱਲੋਂ ਨਹੀਂ ਮਿਲਿਆ ਹੁੰਦਾ, ਉਸ ਨੂੰ ਜਿਹੜੇ ਆਲੇ ਦੁਆਲੇ ਉਹਦੀ ਡਿਸਕੋਰਸਿਸ ਪ੍ਰਚਲਿਤ ਹੁੰਦੇ ਨੇ ਜਾਂ ਪੇਸ਼ਕਾਰੀਆਂ ਉਹਨੂੰ ਦਿੱਤੀਆਂ ਜਾਂਦੀਆਂ ਨੇ ਉਹੀ ਉਹਨੂੰ ਘੜਦੇ ਨੇ, ਜਾਂ ਜਿਹੜੀਆਂ ਆਲੇ ਦੁਆਲੇ ਪੇਸ਼ਕਾਰੀਆਂ ਦੇਖਦਾ। ਅਸੀਂ ਵੀ ਜੇ ਤੁਸੀਂ ਆਪਦੇ ਬਾਰੇ ਸੋਚੋ ਕਿ ਤੁਸੀਂ ਜਿਸ ਤਰ੍ਹਾਂ ਦੇ ਹੈਗੇ ਹੋ ਤੁਸੀਂ ਉਸ ਤਰ੍ਹਾਂ ਦੇ ਕਿਵੇਂ ਬਣੇ ਹੋ, ਤਾਂ ਜੇ ਤੁਸੀਂ ਇਹਦੀ ਡੂੰਘਾਈ ਦੇ ਵਿੱਚ ਜਾਈ ਜਾਵੋਗੇ ਤਾਂ ਤੁਹਾਨੂੰ ਆਲੇ ਦੁਆਲੇ ਜਿਹੜੀਆਂ ਚੱਲਦੀਆਂ ਕਹਾਣੀਆਂ ਨੇ, ਪੇਸ਼ਕਾਰੀਆਂ ਨੇ, ਪ੍ਰਵਚਨ ਨੇ, ਉਹੀ ਅਸਲ ਦੇ ਵਿੱਚ ਤੁਹਾਨੂੰ ਘੜਨ ਵਾਲੇ ਆ। ਤਾਂ ਸਿਪਵਾਕ ਕਹਿੰਦੀ ਹੈ ਕਿ ਇਹ ਤਾਂ ਇਹਨਾਂ ਦੀ ਕਾਮਯਾਬੀ ਆ ਕਿ ਇਸ ਤਰ੍ਹਾਂ ਦੀ ਇਹਨਾਂ ਨੇ ਧਾਰਨਾ ਦਿੱਤੀ ਕਿ ਆਤਮ ਨੂੰ ਪ੍ਰਵਚਨ ਅਤੇ ਪੇਸ਼ਕਾਰੀ ਨੇ ਘੜਿਆ ਹੁੰਦਾ। ਪਰ ਜਦੋਂ ਇਹ ਚਿੰਤਕ ਸਿਧਾਂਤਕਾਰੀ ਤੋਂ ਪਾਸੇ ਜਾ ਕੇ ਇਤਿਹਾਸ ਵੱਲ ਪਰਤਦੇ ਨੇ ਤਾਂ ਉਹ ਪੇਸ਼ਕਾਰੀ ਦੇ ਮਾਮਲੇ ਵਿੱਚ ਇੱਕ ਸਥਿਰ ਅਤੇ ਪਾਰਦਰਸ਼ੀ ਮਾਡਲ ਲਾਗੂ ਕਰਨ ਦੀ ਕੋਸ਼ਿਸ਼ ਕਰਦੇ ਆ। ਹਰ ਜਗ੍ਹਾ ਤੇ ਇੱਕੋ ਤਰ੍ਹਾਂ ਦਾ ਮਾਡਲ ਕਿ ਸਵਾਲਟਰਨ ਨੂੰ ਪੇਸ਼ ਕੀਤਾ ਜਾ ਸਕਦਾ ਤੇ ਉਹਨੂੰ ਪੇਸ਼ਕਾਰੀ ਨਹੀਂ ਲੋੜ, ਜਾਂ ਇਹ ਗੱਲ ਕਹਿਣੀ ਕਿ ਉਹ ਹੁਣ ਆਪਣੇ ਆਪ ਨੂੰ ਜਾਣਨ ਦੇ ਸਮਰੱਥ ਹੋ ਗਏ ਨੇ, ਪੇਸ਼ ਕਰ ਸਕਦੇ ਆ। ਇਹ ਹੁਣ ਕਿਸੇ ਇੱਕ ਜਗ੍ਹਾ ਤੇ ਚੀਜ਼ ਲਾਗੂ ਹੋ ਸਕਦੀ ਹੈ ਪਰ ਦੂਜੀ ਜਗ੍ਹਾ ਤੇ ਨਹੀਂ। ਤਾਂ ਉਹ ਜਿਹੜੀ ਖਾਸ ਸਥਾਨਕਤਾ ਨੂੰ ਧਿਆਨ 'ਚ ਰੱਖਣ ਵਾਲੀ ਚੀਜ਼ ਆ ਉਸ ਨੂੰ ਨਹੀਂ ਸਮਝਦੇ ਤੇ ਇਹੀ ਉਹਨਾਂ ਦੀ ਸੀਮਾ ਬਣ ਜਾਂਦੀ ਆ। ਤੇ ਉਹ ਲਿਖਦੇ ਆ ਕਿ ਇਸ ਮਾਡਲ ਦੀ ਸੀਮਾ ਦੇ ਕਾਰਨ ਇਹਨਾਂ ਚਿੰਤਕਾਂ ਦਾ ਚਿੰਤਨ ਜਿਹੜਾ ਆਤਮ ਦੀ ਘਾੜਤ ਆ ਉਸ ਨਾਲ ਇਨਸਾਫ ਕਰਨ ਤੋਂ ਉੱਕ ਜਾਂਦਾ। ਇਹ ਚਿੰਤਕ ਬੇਸ਼ੱਕ ਕਿਸੇ ਲਈ ਬੋਲਣ ਦਾ ਦਾਅਵਾ ਕਰਦੇ ਹੋਏ ਇਹ ਆਸ਼ਾਵਾਦੀ ਸੁਰ ਉਚਾਰਦੇ ਨੇ ਕਿ ਦਮਤ ਧਿਰਾਂ ਹੁਣ ਜ਼ਰੂਰ ਹੀ ਬੋਲਣਗੀਆਂ ਅਤੇ ਮੁਕਤ ਹੋਣਗੀਆਂ, ਪਰ ਇਹਨਾਂ ਦਾ ਦੂਜੇ ਦੀ ਥਾਂ ਅਤੇ ਦੂਜੇ ਬਾਰੇ, ਕਿ ਦੂਜੇ ਦੀ ਥਾਂ ਪ੍ਰੋਕਸੀ ਦੇ ਵਿੱਚ, ਕਿ ਤੁਸੀਂ ਜਿਵੇਂ ਕਲਾਸ ਦੇ ਵਿੱਚ ਆਪ ਹਾਜ਼ਰ ਨਹੀਂ ਹੋਏ, ਕਿਸੇ ਦੂਜੇ ਨੇ ਤੁਹਾਡੀ ਹਾਜ਼ਰੀ ਲਾਤੀ, ਤੁਸੀਂ ਕੋਈ ਦੂਜਾ ਤੁਹਾਡੀ ਥਾਂ ਹਾਜ਼ਰ ਹੋ ਗਿਆ। ਤੇ ਇੱਕ ਇਹ ਹੁੰਦਾ ਕਿ ਦੂਜੇ ਦੀ ਥਾਂ ਬੋਲਣਾ, ਤੇ ਦੂਸਰਾ ਹੈਗਾ ਕਿ ਦੂਜੇ ਬਾਰੇ ਬੋਲਣਾ, ਦੂਜੇ ਨੂੰ ਪੇਸ਼ਕਾਰੀ ਦੇਣਾ। ਇਹ ਦੋਵੇਂ ਚੀਜ਼ਾਂ ਇਸ ਤਰ੍ਹਾਂ ਘਟਦੀਆਂ ਨੇ ਕਿ ਇਹ ਅੰਤਮ ਰੂਪ ਵਿੱਚ ਦਮਿਤ ਧਿਰਾਂ ਨੂੰ ਬੋਲ ਦੇਣ ਦੀ ਬਜਾਏ ਉਹਨਾਂ ਨੂੰ ਖਾਮੋਸ਼ ਕਰ ਦਿੰਦੀਆਂ ਹਨ। ਸਿਪਵਾਕ ਅਨੁਸਾਰ ਇਸ ਤਰ੍ਹਾਂ ਹੋਣ ਦਾ ਪ੍ਰਭਾਵੀ ਕਾਰਨ ਇਹ ਹੈ ਕਿ ਇਹਨਾਂ ਚਿੰਤਕਾਂ ਦੇ ਚਿੰਤਨ ਸਮੇਤ ਬਹੁ ਗਿਣਤੀ ਚਿੰਤਨ ਪੱਛਮ ਕੇਂਦਰਿਤ ਹੈ। ਉਹ ਕਹਿੰਦੇ ਕਿ ਯੂਰੋਸੈਂਟਰਿਕ ਆ, ਜਿੰਨਾ ਡਿਸਕੋਰਸ ਆ ਉਹ ਪੱਛਮ ਦੇ ਸੈਲਫ ਤੇ ਕੇਂਦਰਿਤ, ਜਿਸ ਤਰ੍ਹਾਂ ਪੱਛਮ ਨੇ ਆਪਣੇ ਸੈਲਫ ਨੂੰ ਘੜਿਆ ਤੇ ਉਹ ਪੂਰਬ ਦੇ ਵਿਰੋਧ ਦੇ ਵਿੱਚ ਘੜਿਆ, ਤੇ ਉਹਨਾਂ ਦਾ ਸਾਰਾ ਚਿੰਤਨ ਯੂਰੋਸੈਂਟਰਿਕ ਆ, ਪੱਛਮ ਕੇਂਦਰਿਤ ਆ। ਤੇ ਇਹ ਪੱਛਮ ਕੇਂਦਰਿਤ ਹੋਣ ਕਰਕੇ ਤੀਜੀ ਦੁਨੀਆ ਦੇ, ਜਿਹਨੂੰ ਥਰਡ ਵਰਲਡ ਕਹਿੰਦੇ ਆ, ਉਹ ਜਿਹੜਾ ਜਾਂ ਆਪਾਂ ਪੂਰਬ ਕਹਿ ਲਈਏ, ਉਹਦੇ ਅਸਲ ਅਨੁਭਵਾਂ ਪ੍ਰਤੀ ਗੌਲਣਯੋਗ ਹੱਦ ਤੱਕ ਅਸੰਵੇਦਨਸ਼ੀਲ ਹੈ। ਸਿਪਵਾਕ ਆਪਣੇ ਲੇਖ ਵਿੱਚ ਹਾਸ਼ੀਆਗਤ ਦੀ ਪੇਸ਼ਕਾਰੀ ਦੇ ਮਾਮਲੇ ਵਿੱਚ ਪੱਛਮੀ ਚਿੰਤਨ ਦੀਆਂ ਸੀਮਾਵਾਂ ਨੂੰ ਹੀ ਨਹੀਂ ਉਭਾਰਦੀ, ਸਗੋਂ ਹਾਸ਼ੀਆਗਤਾਂ ਦਾ ਇਤਿਹਾਸ ਲਿਖਣ ਦਾ ਦਾਅਵਾ ਕਰਨ ਵਾਲੇ ਭਾਰਤੀ ਮੂਲ ਦੇ ਚਿੰਤਕਾਂ ਦੀਆਂ ਲਿਖਤਾਂ ਤੇ ਵੀ ਕਿੰਤੂ ਕਰਦੀ ਹੈ। ਇਹ ਹੁਣ ਅਗਲੀ ਗੱਲ ਕਿ ਇੱਕ ਸਵਾਲਟਰਨ ਸਟੱਡੀਜ਼ ਕਲੈਕਟਿਵ ਨਾਂ ਦਾ ਸਮੂਹ ਸੀ ਜਿਨ੍ਹਾਂ ਨੇ
ਭਾਰਤ ਦੀ ਇਤਿਹਾਸਕਾਰੀ ਨੂੰ ਨਵੇਂ ਸਿਰਿਓਂ ਲਿਖਣ ਦਾ ਦਾਅਵਾ ਕੀਤਾ ਤੇ ਇਸ ਇਤਿਹਾਸਕਾਰੀ ਦਾ ਆਰੰਭ ਪ੍ਰਸਿੱਧ ਇਤਿਹਾਸਕਾਰ ਰਣਜੀਤ ਗੁਹਾ ਦੀ ਕਿਤਾਬ ਐਲੀਮੈਂਟਰੀ ਆਸਪੈਕਟਸ ਆਫ ਪੀਜ਼ੈਂਟ ਇਨਸਰਜੈਂਸੀ ਇਨ ਕਲੋਨੀਅਲ ਇੰਡੀਆ ਨਾਲ ਬੱਝਿਆ ਸੀ। ਰਣਜੀਤ ਗੁਹਾ ਤੇ ਉਹਦੇ ਸਾਥੀਆਂ ਦੀਆਂ ਲਿਖਤਾਂ ਤੋਂ ਪਹਿਲਾਂ ਭਾਰਤ ਵਿੱਚ ਅੰਗਰੇਜ਼ਾਂ ਦੇ ਪ੍ਰਬੰਧ ਨੂੰ ਲੈ ਕੇ ਅਤੇ ਭਾਰਤ ਦੀ ਆਜ਼ਾਦੀ ਦੀ ਲਹਿਰ ਨੂੰ ਲੈ ਕੇ ਤਿੰਨ ਕਿਸਮ ਦੀ ਇਤਿਹਾਸਕਾਰੀ ਪ੍ਰਚਲਿਤ ਸੀ। ਰਣਜੀਤ ਗੁਹਾ ਤੇ ਉਹਦੇ ਸਾਥੀਆਂ ਦਾ ਇਹ ਇਲਜ਼ਾਮ ਸੀ ਜਾਂ ਇਹ ਔਕ ਸੀ ਕਿ ਇਹ ਤਿੰਨੋਂ ਤਰ੍ਹਾਂ ਦੀ ਇਤਿਹਾਸਕਾਰੀ ਵਿੱਚ ਭਾਰਤ ਦੇ ਸਧਾਰਨ ਲੋਕਾਂ ਨੂੰ ਅਤੇ ਉਹਨਾਂ ਦੇ ਸੰਘਰਸ਼ਾਂ ਨੂੰ ਕੋਈ ਥਾਂ ਨਹੀਂ ਦਿੱਤੀ ਗਈ। ਤਾਂ ਤਿੰਨ ਤਰ੍ਹਾਂ ਦੀ ਕੀ ਇਤਿਹਾਸਕਾਰੀ ਸੀ, ਆਪਾਂ ਉਹਦੇ ਤੇ ਇੱਕ ਝਾਤ ਮਾਰ ਲੈਂਦੇ ਹਾਂ। ਪਹਿਲੀ ਕਿਸਮ ਦੀ ਇਤਿਹਾਸਕਾਰੀ ਅੰਗਰੇਜ਼ਾਂ ਦੁਆਰਾ ਕੀਤੀ ਜਾ ਰਹੀ ਸੀ ਅਤੇ ਉਹਨਾਂ ਦਾ ਇੱਕੋ ਇੱਕ ਉਦੇਸ਼ ਇਸ ਰਾਹੀਂ ਆਪਣੇ ਰਾਜ ਨੂੰ ਉਚਿਤਤਾ ਪ੍ਰਦਾਨ ਕਰਨਾ ਸੀ ਕਿ ਜਿਵੇਂ ਸਤੀ ਪ੍ਰਥਾ ਦੇ ਖਿਲਾਫ ਕਾਨੂੰਨ ਬਣਾ ਕੇ ਉਹ ਇਹ ਸਿੱਧ ਕਰਦੇ ਹਨ ਕਿ ਅਸੀਂ ਭਾਰਤੀ ਔਰਤਾਂ ਨੂੰ ਭਾਰਤੀ ਮਰਦਾਂ ਦੇ ਜ਼ੁਲਮ ਤੋਂ ਬਚਾਇਆ ਹੈ। ਤਾਂ ਇਸ ਇਤਿਹਾਸਕਾਰੀ ਪ੍ਰਤੀ ਉਹਨਾਂ ਦਾ ਇਹ ਇਲਜ਼ਾਮ ਰਿਹਾ ਕਿ ਇਹ ਜਦੋਂ ਜ਼ੁਬਾਨ ਦਿੰਦੇ ਆ ਕਿਸੇ ਇਤਿਹਾਸ ਨੂੰ ਤਾਂ ਅਸਲ ਦੇ ਵਿੱਚ ਉਹਨਾਂ ਦਾ ਆਪਣਾ ਮਕਸਦ ਹੁੰਦਾ ਤੇ ਉਹ ਮਕਸਦ ਹੁੰਦਾ ਕਿ ਬਸਤੀਵਾਦ ਨੂੰ ਠੀਕ ਸਿੱਧ ਕਰਨਾ, ਉਚਿਤ ਸਿੱਧ ਕਰਨਾ। ਤੇ ਦੂਜੀ ਤਰ੍ਹਾਂ ਦੀ ਇਤਿਹਾਸਕਾਰੀ ਰਾਸ਼ਟਰਵਾਦੀਆਂ ਦੁਆਰਾ ਕੀਤੀ ਜਾ ਰਹੀ ਸੀ ਤੇ ਇਸ ਦਾ ਪ੍ਰਮੁੱਖ ਉਦੇਸ਼ ਭਾਰਤ ਵਿੱਚ ਬਤੌਰ ਰਾਸ਼ਟਰ ਸਿਰਜਣਾ ਕਰਨਾ ਸੀ ਕਿ ਜਦੋਂ ਵੀ ਜਿਹੜੀ ਰਾਸ਼ਟਰਵਾਦੀ ਨੁਕਤਾ ਨਜ਼ਰ ਤੋਂ ਇਤਿਹਾਸਕਾਰੀ ਹੋਈ ਉਹਦੇ ਵਿੱਚ ਜਦੋਂ ਵੀ ਕਿਸੇ ਘਟਨਾ ਨੂੰ, ਵਿਅਕਤੀ ਨੂੰ ਜਾਂ ਘਟਨਾਵਾਂ ਨੂੰ ਪੇਸ਼ ਕੀਤਾ ਗਿਆ ਤਾਂ ਅੰਤ ਨੂੰ ਉਹਨਾਂ ਨੂੰ ਜਿਹੜੀ ਰਾਸ਼ਟਰ ਸਿਰਜਣਾ ਦੇ ਲੇਖੇ ਹੀ ਲਾਇਆ ਗਿਆ। ਤਾਂ ਉਸ ਦੇ ਵਿੱਚ ਵੀ ਆਮ ਲੋਕ ਆਪਣੀ ਹੋਂਦ ਦੇ ਨਾਲ ਪੇਸ਼ ਨਾ ਹੋ ਸਕੇ ਕਿਉਂਕਿ ਜੋ ਵੀ ਪੇਸ਼ ਹੁੰਦਾ ਉਹ ਰਾਸ਼ਟਰ ਦੇ ਨੁਕਤਾ ਨਜ਼ਰ ਤੋਂ। ਜਿਵੇਂ ਇਹਦੀ ਸੌਖੀ ਐਗਜ਼ਾਮਪਲ ਆ ਕਿ ਹੁਣ ਵੀ ਜੇ ਤੁਸੀਂ ਜਿੰਨੀਆਂ ਭਗਤ ਸਿੰਘ ਤੇ ਫਿਲਮਾਂ ਬਣੀਆਂ ਨੇ, ਜੇ ਤੁਸੀਂ ਉਹ ਸਾਰੀਆਂ ਫਿਲਮਾਂ ਦੇਖੋ ਤਾਂ ਤੁਹਾਨੂੰ ਸਪਸ਼ਟ ਨਜ਼ਰ ਆ ਜਾਊ ਕਿ ਇਹਨਾਂ ਫਿਲਮਾਂ ਦੇ ਵਿੱਚ ਭਗਤ ਸਿੰਘ ਦੀਆਂ ਸਾਰੀਆਂ ਗਤੀਆਂ ਵਿਧੀਆਂ ਨੂੰ ਭਾਰਤ ਦੇਸ਼ ਦੀ ਕੁਰਬਾਨੀ ਦੇ ਨੁਕਤਾ ਨਜ਼ਰ ਤੋਂ ਦੇਖਿਆ ਜਾਂਦਾ। ਜਦੋਂ ਦੇਸ਼ ਲਈ ਜਾਂ ਦੇਸ਼ ਹਿੱਤ ਦੇਖਿਆ ਜਾਵੇ ਉਸ ਨੂੰ ਅਸੀਂ ਰਾਸ਼ਟਰਵਾਦੀ ਨੁਕਤਾ ਨਜ਼ਰ ਕਹਿੰਦੇ ਹਾਂ। ਭਗਤ ਸਿੰਘ ਦੀ ਜ਼ਿੰਦਗੀ ਦੇ ਹੋਰ ਕਿਹੜੇ ਪੱਖ ਸੀ, ਕਿਸ ਤਰ੍ਹਾਂ ਦੇ ਪੱਖ ਸੀ, ਉਹ ਫਿਰ ਗੈਰ ਹਾਜ਼ਰ ਹੋ ਜਾਂਦੇ ਆ ਜਾਂ ਉਹਨਾਂ ਨੂੰ ਫਿਰ ਦੇਸ਼ ਦੇ ਨਾਲ ਜੋੜ ਕੇ ਹੀ ਪੇਸ਼ ਕੀਤਾ ਜਾਂਦਾ। ਤਾਂ ਇਸ ਕਿਸਮ ਦੀ ਜਿਹੜੀ ਇਤਿਹਾਸਕਾਰੀ ਸੀ ਉਹਦੇ ਵਿੱਚ ਵੀ ਜਿਹੜੇ ਲੋਕ ਆ ਉਹ ਗੈਰ ਹਾਜ਼ਰ ਰਹੇ। ਤੇ ਜਿਹੜੀ ਤੀਜੇ ਕਿਸਮ ਦੀ ਇਤਿਹਾਸਕਾਰੀ ਪ੍ਰਚਲਿਤ ਰਹੀ ਉਹ ਮਾਰਕਸਵਾਦੀ ਨੁਕਤਾ ਨਜ਼ਰ ਤੋਂ ਕੀਤੀ ਜਾਂਦੀ ਸੀ ਤੇ ਇਸ ਦੇ ਵਿੱਚ ਵੀ ਜਿਹੜਾ ਉਹਨਾਂ ਦਾ ਪ੍ਰਮੁੱਖ ਉਦੇਸ਼ ਰਿਹਾ ਉਹ ਸੀ ਕਿ ਜਿਹੜੀ ਸੋਸ਼ਲਿਸਟ ਰਜੀਮ ਜਾਂ ਸਮਾਜਵਾਦੀ ਨਿਜ਼ਾਮ ਦੀ ਸਥਾਪਤੀ ਨੂੰ ਇਹ ਸਮਰਪਿਤ ਰਹੀ ਇਤਿਹਾਸਕਾਰੀ। ਇਸ ਇਤਿਹਾਸਕਾਰੀ ਵਿੱਚ ਆਮ ਲੋਕਾਂ ਦਾ ਜ਼ਿਕਰ ਤਾਂ ਆਉਂਦਾ ਪਰ ਉਸ ਨੂੰ ਉਹ ਪ੍ਰੀ ਪੋਲੀਟੀਕਲ ਕਹਿ ਕੇ ਕੋਈ ਬਹੁਤੀ ਥਾਂ ਨਹੀਂ ਦਿੰਦੇ ਹੈਗੇ ਤੇ ਉਹ ਸਮਝਦੇ ਨੇ ਕਿ ਰਾਜਨੀਤਿਕ ਉਦੇਸ਼ ਤੋਂ ਬਿਨਾਂ ਜਾਂ ਬਿਨਾਂ ਆਗੂ ਦੇ ਲੜਾਈ ਕੋਈ ਬਹੁਤ ਮਹੱਤਵਪੂਰਨ ਨਹੀਂ ਹੁੰਦੀ। ਇਸ ਤਰੀਕੇ ਨਾਲ ਇਹ ਜਿਹੜੀ ਤੀਜੀ ਕਿਸਮ ਦੀ ਇਤਿਹਾਸਕਾਰੀ ਆ ਉਹਦੇ ਵਿੱਚ ਵੀ ਆਮ ਲੋਕਾਂ ਨੂੰ, ਸਧਾਰਨ ਲੋਕਾਂ ਦੇ ਸੰਘਰਸ਼ਾਂ ਨੂੰ ਕੋਈ ਬਹੁਤੀ ਥਾਂ ਨਹੀਂ ਮਿਲ ਪਾਉਂਦੀ। ਤੇ ਇਸ ਪੱਖੋਂ ਰਣਜੀਤ ਗੁਹਾ ਕਹਿੰਦੇ ਕਿ ਅਸੀਂ ਇਸ ਤਰ੍ਹਾਂ ਦੀ ਇਤਿਹਾਸਕਾਰੀ ਜਾਂ ਇਸ ਤਰ੍ਹਾਂ ਦੀ ਇਤਿਹਾਸਕਾਰੀ ਹੋਣੀ ਚਾਹੀਦੀ ਆ ਕਿ ਜਿਹਦੇ ਵਿੱਚ ਭਾਰਤ ਦਾ ਇਤਿਹਾਸ ਵੱਖਰੀ ਤਰ੍ਹਾਂ ਨਾਲ ਲਿਖਿਆ ਜਾਵੇ ਤੇ ਉਹਦੇ ਵਿੱਚ ਆਮ ਲੋਕ ਜਿਹੜੇ ਉਹ ਕਿਸ ਤਰ੍ਹਾਂ ਜਿਉਂਦੇ ਰਹੇ, ਉਹਨਾਂ ਨੇ ਕਿਹੜੇ ਸੰਘਰਸ਼ ਕੀਤੇ, ਉਹਨਾਂ ਨੇ ਰਜਿਸਟੈਂਸ ਕਿਵੇਂ ਦਿੱਤੀ, ਉਹ ਚੀਜ਼ਾਂ ਸਾਹਮਣੇ ਆ ਸਕਣ। ਤੇ ਉਹ ਇਸ ਮਾਮਲੇ 'ਚ ਕਾਫੀ ਹੱਦ ਤੱਕ ਕਾਮਯਾਬ ਵੀ ਰਹੇ। 12 ਵੋਲੀਅਮ ਉਹਨਾਂ ਦੇ ਇਸ ਹਿੱਤ ਆ ਚੁੱਕੇ ਨੇ ਹੁਣ ਤੱਕ। ਪਰ ਪ੍ਰੋਫੈਸਰ ਸਿਪੀਵਾਕ ਇਤਿਹਾਸ ਲਿਖਣ ਦੀ ਇਸ ਨਵੀਂ ਵਿਧੀ ਤੇ ਵੀ ਕਿੰਤੂ ਕਰਦੀ ਹੈ। ਉਹਦਾ ਪਹਿਲਾ ਮੁੱਖ ਕਿੰਤੂ ਇਹ ਆ ਕਿ ਜਦੋਂ ਰਣਜੀਤ ਗੁਹਾ ਤੇ ਉਸਦੇ ਸਾਥੀ ਇਤਿਹਾਸ ਲਿਖਦੇ ਨੇ ਜਾਂ ਇਤਿਹਾਸ ਦੇ ਵਿੱਚੋਂ ਜਿਹੜੇ ਆਮ ਲੋਕ ਗੈਰ ਹਾਜ਼ਰ ਰਹੇ ਨੇ ਉਹਨਾਂ ਦੀ ਹੋਂਦ ਅਤੇ ਹੋਣੀ ਨੂੰ ਲੱਭ ਕੇ ਲਿਆਉਂਦੇ ਨੇ ਤਾਂ ਉਹ ਇਹ ਸਾਰਾ ਕੁਝ ਪੁਰਸ਼ ਦੇ ਨੁਕਤਾ ਨਜ਼ਰ ਤੋਂ ਕਰਦੇ ਆ ਜਾਂ ਪੁਰਸ਼ਾਂ ਨੂੰ ਹੀ ਪੇਸ਼ ਕਰਦੇ ਆ ਤੇ ਇਹਨਾਂ ਦੇ ਵਿੱਚ ਜਿਹੜੀ ਔਰਤ ਆ ਉਹ ਗੈਰ ਹਾਜ਼ਰ ਰਹਿੰਦੀ ਆ। ਇੱਕ ਬਹੁਤ ਹੋਰ ਮਹੱਤਵਪੂਰਨ ਕਿੰਤੂ ਉਹ ਇਹ ਕਰਦੀ ਆ ਕਿ ਇਹ ਭਾਵੇਂ ਭਾਰਤ ਦੇ ਇਤਿਹਾਸ ਨੂੰ ਪੇਸ਼ ਕਰਨ ਵਾਲੇ ਨੇਟਿਵ ਇਨਫੋਰਮੈਂਟ ਨੇ ਕਿ ਸਥਾਨਕ ਸੂਚਕ ਨੇ ਕਿ ਉਹ ਭਾਰਤ ਦੇ ਵਿੱਚ ਜੰਮੇ ਜਾਂ ਵੱਡੇ ਹੋਏ ਨੇ, ਭਾਵੇਂ ਹੁਣ ਜਾ ਕੇ ਵੈਸਟ ਦੇ ਵਿੱਚ ਬਸ ਗਏ ਨੇ ਤੇ ਉੱਥੇ ਲਿਖਦੇ ਆ
ਕਿ ਨੇਟਿਵ ਇਨਫੋਰਮੈਂਟ ਹੋਣ ਦੇ ਪਹਿਲਾਂ ਤਾਂ ਇਹ ਇਲਜ਼ਾਮ ਲਾਇਆ ਗਿਆ ਸੀ ਨਾ ਕਿ ਉਹ ਤਾਂ ਪੱਛਮ ਦੇ ਲੋਕ ਨੇ ਜੀ, ਉਹਨਾਂ ਨੂੰ ਤਾਂ ਵੈਸੇ ਹੀ ਨਹੀਂ ਪਤਾ ਹੈਗਾ। ਪਰ ਉਹਨਾਂ ਦੀ ਤੁਲਨਾ ਦੇ ਵਿੱਚ ਇਹ ਰਣਜੀਤ ਗੁਹਾ ਤੇ ਉਸਦੇ ਸਾਥੀ ਤਾਂ ਨੇਟਿਵ ਇਨਫੋਰਮੈਂਟ ਸੀ, ਸਥਾਨਕ ਸੂਚਕ ਸੀ। ਉਹ ਕਹਿੰਦੀ ਹੈ ਕਿ ਭਾਵੇਂ ਇਹ ਸਥਾਨਕ ਸੂਚਕ ਨੇ ਪਰ ਫਿਰ ਵੀ ਉਹ ਹਾਸ਼ੀਆਗਤ ਦੀ ਠੀਕ ਤਰ੍ਹਾਂ ਪੇਸ਼ਕਾਰੀ ਨਹੀਂ ਕਰ ਪਾਉਂਦੇ। ਤੇ ਉਹਦਾ ਕਾਰਨ ਇਹ ਕਿਹਾ ਗਿਆ ਕਿ ਜਦੋਂ ਇਹ ਕੋਈ ਜਾਣਕਾਰੀ ਜਾਂ ਕੋਈ ਕਿਤਾਬ ਜਾਂ ਕੋਈ ਡਿਸਕੋਰਸ ਬਣਾਉਂਦੇ ਆ ਤਾਂ ਅਸਲ ਦੇ ਵਿੱਚ ਉਹਨਾਂ ਦੇ ਮਨ ਮਸਤਕ ਵਿੱਚ ਕਿਤੇ ਨਾ ਕਿਤੇ ਜਿਹੜਾ ਵੈਸਟ ਆ ਜਿਹਨੂੰ ਉਹ ਸੰਬੋਧਿਤ ਹੋਣਾ ਉਹ ਬੈਠਾ ਹੁੰਦਾ। ਇਸ ਕਰਕੇ ਜਿਹੜੀ ਵੀ ਜਾਣਕਾਰੀ ਹੁੰਦੀ ਆ ਉਹ ਇਸ ਗੱਲ ਦੇ ਵਿੱਚੋਂ ਪੁਣ ਕੇ ਆਉਂਦੀ ਆ ਕਿ ਕਿਸ ਨੂੰ ਸੰਬੋਧਿਤ ਹੋਣਾ, ਤਾਂ ਉਹ ਕਦੇ ਵੀ ਪ੍ਰਮਾਣਿਕ ਨਹੀਂ ਰਹਿ ਪਾਉਂਦੀ ਹੈਗੀ। ਤੇ ਨਾਲ ਨਾਲ ਇਹ ਵੀ ਗੱਲ ਆ ਕਿ ਜਦੋਂ ਜਿਹੜਾ ਸਥਾਨਕ ਸੂਚਕ ਜਾਂ ਨੇਟਿਵ ਇਨਫੋਰਮੈਂਟ ਕੋਈ ਜਾਣਕਾਰੀ ਦਿੰਦਾ ਉਹ ਵੀ ਤਾਂ ਇੱਕ ਸੰਦਰਭ ਦੇ ਵਿੱਚ ਹੀ ਸਥਿਤ ਹੁੰਦਾ ਕਿ ਉਹ ਵੈਸਟ ਦੀ ਇੱਕ ਖਾਸ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਲੱਗਿਆ ਜਾਂ ਪੜ੍ਹਾ ਰਿਹਾ ਜਾਂ ਕੰਮ ਕਰ ਰਿਹਾ। ਉਸ ਸਥਿਤੀ ਦੇ ਵਿੱਚ ਬੈਠਾ ਉਹ ਇਤਿਹਾਸ ਜਿਹੜਾ ਪੂਰੀ ਤਰ੍ਹਾਂ ਪਤਾ ਹੀ ਨਹੀਂ ਹੈਗਾ, ਉੱਥੋਂ ਅਸਲੀ ਗੱਲਾਂ ਜਾਂ ਪ੍ਰਮਾਣਿਕ ਗੱਲਾਂ ਕਿਵੇਂ ਲੱਭ ਕੇ ਲਿਆ ਸਕਦਾ, ਇਹ ਵੀ ਇੱਕ ਅਸੰਭਵ ਵਰਗੀ ਗੱਲ ਆ। ਤੇ ਇਸ ਤੋਂ ਬਿਨਾਂ ਇਹ ਵੀ ਕਿਹਾ ਗਿਆ ਸਿੱਪੀ ਵਾਕ ਵੱਲੋਂ ਕਿ ਨੇਟਿਵ ਇਨਫੋਰਮੈਂਟ ਜਿਸ ਵਰਤਮਾਨ ਵਿੱਚ ਸਥਿਤ ਹੁੰਦਾ ਉਹ ਵੀ ਤਾਂ ਗੰਧੜਾਇਆ ਹੁੰਦਾ, ਉਹ 'ਚ ਵੀ ਤਾਂ ਸਿਆਂ ਕਿਸਮ ਦੇ ਡਿਸਕੋਰਸ, ਗੱਲਾਂ, ਧਾਰਮਿਕ ਵਿਚਾਰਧਾਰਾਵਾਂ, ਗਾਲਬ ਪ੍ਰਵਚਨ ਮੌਜੂਦ ਹੁੰਦੇ ਆ ਜਿਹੜੇ ਹਿਸਟਰੀ ਨੂੰ ਦੇਖਣ ਦੇ ਵਿੱਚ ਅਸਰ ਅੰਦਾਜ਼ ਹੁੰਦੇ ਨੇ। ਪਰ ਸਿੱਪੀ ਵਾਕ ਇੱਕ ਜ਼ਰੂਰ ਇਹਨਾਂ ਨੂੰ ਇਹ ਕਹਿੰਦੀ ਹੈ ਕਿ ਇਹਨੇ ਜਦੋਂ ਸਥਾਨਕ ਨੇਟਿਵ ਇਨਫੋਰਮੈਂਟ ਕੋਈ ਡਿਸਕੋਰਸ ਸਿਰਜਦੇ ਆ ਤਾਂ ਉਹ ਇੱਕ ਵਾਰ ਤਾਂ ਗਾਲਬ ਜਾਂ ਜਿਹੜਾ ਪ੍ਰਚਲਿਤ ਪ੍ਰਵਚਨ ਆ ਉਹਨੂੰ ਹਿਲਾ ਦਿੰਦਾ, ਪਰ ਅੰਤ ਨੂੰ ਇਹ ਉਸ ਦੀ ਸੱਤਾ ਨੂੰ ਕਬੂਲ ਕਰ ਲੈਂਦੇ ਆ ਤੇ ਉਸ ਦੀ ਚੌਧਰ ਨੂੰ ਮੁੜ ਸਥਿਰ ਕਰਕੇ ਬਲਵਾਨ ਕਰ ਦਿੰਦੇ ਆ। ਮੈਂ ਫਿਰ ਤੁਹਾਡੀ ਸਮਝ ਲਈ ਐਗਜ਼ਾਮਪਲ ਲਕਸ਼ਮੀ ਨਾਰਾਇਣ ਤ੍ਰਿਪਾਠੀ ਦੀ ਦੇਣੀ ਆ ਕਿ ਉਹਨੂੰ ਅਸੀਂ ਬਹੁਤ ਵੱਡੀਆਂ ਸਟੇਜਾਂ ਤੇ ਸੁਣਦੇ ਹਾਂ। ਇੱਕ ਪਲ ਲਈ ਉਸ ਨੂੰ ਸੁਣਦੇ ਹਾਂ ਕਿ ਐਗਜ਼ਾਮਪਲ ਮੈਂ ਵਰਤਮਾਨ ਦੇ ਵਿੱਚੋਂ ਇਸ ਕਰਕੇ ਲੈ ਰਿਹਾ ਕਿ ਤੁਹਾਨੂੰ ਸੌਖਾ ਲੱਗੇ ਕਿ ਉਸ ਨੂੰ ਸੁਣਦੇ ਹਾਂ ਜਦੋਂ ਵੱਡੇ ਸਟੇਜਾਂ ਤੋਂ, ਤਾਂ ਇੱਕ ਵਾਰ ਤਾਂ ਸਾਨੂੰ ਐਂ ਲੱਗਦਾ ਕਿ ਸਾਨੂੰ ਚੈਲੰਜ ਕਰਦੀ ਆ ਉਹ ਸਾਡੀਆਂ ਜਿਸ ਤਰ੍ਹਾਂ ਅਸੀਂ ਚੀਜ਼ਾਂ ਨੂੰ ਦੇਖ ਰਹੇ ਹਾਂ ਜਾਂ ਬੁਣਿਆ ਜਾਂ ਵਰਤਿਆ। ਪਰ ਲੈ ਦੇ ਕੇ ਜਿਹੜਾ ਮੇਨ ਸਟਰੀਮ ਡਿਸਕੋਰਸ ਆ ਉਹਦੀ ਇਹਨਾਂ ਗੱਲਾਂ ਦੇ ਬਾਵਜੂਦ ਉਹਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ। ਉਹ ਇੱਕ ਪਲ ਲਈ ਇੱਧਰ ਉੱਧਰ ਹੁੰਦਾ ਮਾੜਾ ਜਾਂ ਫਿਰ ਉਸੇ ਤਰੀਕੇ ਨਾਲ ਜਿਹੜਾ ਉਹ ਚੱਲਣਾ ਸ਼ੁਰੂ ਹੋ ਜਾਂਦਾ। ਤਾਂ ਇਹ ਵੀ ਇੱਕ ਗੱਲ ਹੈ ਕਿ ਇੱਕ ਵਾਰ ਤਾਂ ਚੈਲੰਜ ਮਿਲਦਾ ਪਰ ਲੈ ਦੇ ਕੇ ਮੁੜ ਕੇ ਜਿਹੜਾ ਮੁੱਖ ਧਾਰਾ ਦੇ ਪ੍ਰਵਚਨ ਨੂੰ ਬਦਲਣਾ ਅਸਲੋਂ ਮੁਸ਼ਕਲ ਹੋ ਜਾਂਦਾ। ਇਹਨਾਂ ਗੱਲਾਂ ਦੇ ਸੰਦਰਭ ਵਿੱਚ ਹੀ ਸਿੱਪੀ ਵਾਕ ਹਾਸ਼ੀਆਗਤ ਦੇ ਬੋਲ ਦੇ ਪ੍ਰਵਾਨ ਚੜ੍ਹਨ ਦੀ ਸੰਭਾਵਨਾ ਤੋਂ ਇਨਕਾਰ ਕਰਦੀ ਹੈ। ਤੇ ਉਹ ਚਾਹੇ ਉਹ ਹੋਵੇ ਕਿ ਦਿੱਤਾ ਜਾ ਸਕਦਾ ਜਾਂ ਆਪਦੇ ਆਪ ਬੋਲ ਸਕਦਾ ਜਾਂ ਨੇਟਿਵ ਇਨਫੋਰਮੈਂਟ ਹੀ ਦੱਸ ਸਕਦਾ, ਜਿਵੇਂ ਜਿਹੜੀ ਇਹ ਲਕਸ਼ਮੀ ਉਹ ਨੇਟਿਵ ਇਨਫੋਰਮੈਂਟ ਆ, ਉਹ ਸਾਰੀਆਂ ਸਥਿਤੀਆਂ ਦੇ ਵਿੱਚ ਉਹਨਾਂ ਦੀਆਂ ਸੀਮਾਵਾਂ ਦੱਸ ਕੇ ਇਹ ਭਾਵ ਨੂੰ ਸਥਿਤ ਕਰਦੀ ਹੈ ਜਾਂ ਇਹ ਧਾਰਨਾ ਦਿੰਦੀ ਆ ਕਿ ਹਾਸ਼ੀਆਗਤ ਦਾ ਬੋਲ ਚੜ੍ਹਨਾ, ਪ੍ਰਵਾਨ ਚੜ੍ਹਨਾ ਅਸੰਭਵ ਆ। ਇੱਥੇ ਬੋਲ ਦੇ ਪ੍ਰਵਾਨ ਚੜ੍ਹਨ ਤੋਂ ਭਾਵ ਇਹ ਗੱਲ ਧਿਆਨ ਰੱਖਣ ਯੋਗ ਆ ਕਿ ਇਹ ਨਹੀਂ ਹੈਗਾ ਕਿ ਉਹ ਜ਼ੁਬਾਨੋਂ ਬੋਲ ਨਹੀਂ ਸਕਦਾ ਜਾਂ ਜ਼ੁਬਾਨੋਂ ਬੋਲਦਾ ਹੀ ਨਹੀਂ ਹਾਸ਼ੀਆਗਤ। ਬੇਸ਼ੱਕ ਉਹ ਬੋਲ ਸਕਦਾ ਅਤੇ ਬੋਲਦਾ ਵੀ ਹੈ, ਪਰ ਮਸਲਾ ਇਹ ਹੈ ਕਿ ਉਹ ਜੋ ਬੋਲਦਾ ਹੈ ਉਹ ਸੁਣਿਆ ਨਹੀਂ ਜਾਂਦਾ। ਸੁਣਨ ਦਾ ਵੀ ਲਿਟਰਲ ਮੀਨਿੰਗ ਨਹੀਂ ਹੈਗਾ। ਸੁਣਨ ਦਾ ਮਤਲਬ ਹੈ ਕਿ ਜੋ ਉਹ ਗੱਲ ਕਹਿਣੀ ਚਾਹੁੰਦਾ ਉਹ ਪ੍ਰਵਾਨ ਨਹੀਂ ਚੜ੍ਹਦੀ ਹੈਗੀ, ਉਸ ਦਾ ਕੋਈ ਅਸਰ ਨਜ਼ਰ ਨਹੀਂ ਆਉਂਦਾ ਹੈਗਾ। ਇਸ ਤਰ੍ਹਾਂ ਕਿਉਂ ਹੁੰਦਾ? ਕਿਉਂਕਿ ਸਵਾਲਟਰਨ ਦੇ ਹਾਸ਼ੀਆਗਤ ਦੇ ਬੋਲ ਨੂੰ ਸੁਣਨ ਲਈ ਲੋੜੀਂਦਾ ਰਾਜਨੀਤਿਕ ਅਤੇ ਸਮਾਜਿਕ ਸੱਭਿਆਚਾਰਕ ਤਾਣਾ ਬਾਣਾ ਹੀ ਮੌਜੂਦ ਨਹੀਂ ਹੈ। ਇਸ ਤੋਂ ਬਿਨਾਂ ਹਾਸ਼ੀਆਗਤ ਧਿਰ ਦੇ ਬੋਲ ਨੂੰ ਪਛਾਣਿਆ ਜਾਣਾ ਅਸੰਭਵ ਹੈ। ਸਿੱਪੀ ਵਾਕ ਕੀ ਕਹਿੰਦੀ ਹੈ ਸਵਾਲਟਰਨ ਬਾਰੇ ਤੁਸੀਂ ਖੁਦ ਸੁਣ ਸਕਦੇ ਹੋ। ਮੈਂ ਇੱਕ ਵੀਡੀਓ ਉਹਨਾਂ ਦੀ ਪਾ ਰਿਹਾ, ਇਹ ਇੱਕ ਕਿਸੇ ਮੁਲਾਕਾਤ ਦਾ ਅੰਸ਼ ਆ। Let me say something about the idea of subaltern voices. The word voice there is a metaphorical word. What we mean by attending to
the subaltern classes, is what they do speak, and they resist, they form collectives, but there is no infrastructure for, again, to go back to the metaphor, for them to have their speech act completed. In other words, those around them with the power, state power or non-state power, do not have the infrastructure to be able to attend to these things. Yes, now I could give you countless examples, but that would take a very long time. ਇਸ ਕੇਂਦਰੀ ਧਾਰਨਾ ਦੇ ਆਰ ਪਾਰ ਇਹ ਲੇਖ ਉਹਨਾਂ ਪ੍ਰਸਥਿਤੀਆਂ ਦੀ ਪੁਣਛਾਣ ਵੀ ਕਰਦਾ ਜਿਨ੍ਹਾਂ ਕਾਰਨ ਹਾਸ਼ੀਅਗਤ ਔਰਤ ਦਾ ਬੋਲ ਖਾਮੋਸ਼ ਰਹਿੰਦਾ, ਕਿਉਂਕਿ ਗਾਇਤਰੀ ਹਾਸ਼ੀਅਗਤ ਔਰਤ ਦੇ ਸੰਦਰਭ ਦੇ ਵਿੱਚ ਹੀ ਗੱਲ ਕਰਦੀ ਹੈ ਤੇ ਉਹ ਉਹਨਾਂ ਸਾਰੀਆਂ ਜਿਹੜੀਆਂ ਪਿਤਾ ਪੁਰਖੀ ਕਦਰਾਂ ਨੇ ਜਾਂ ਜਿਹੜੇ ਪੂੰਜੀ ਸੱਤਾ ਦੇ ਪ੍ਰਬੰਧ ਨੇ ਉਹਨਾਂ ਨੂੰ ਸਾਹਮਣੇ ਲਿਆਉਂਦੀ ਆ ਜਿਨ੍ਹਾਂ ਦੇ ਕਾਰਨ ਹਾਸ਼ੀਅਗਤ ਦਾ ਬੋਲ ਪ੍ਰਵਾਨ ਨਹੀਂ ਚੜ੍ਹਦਾ। ਤੇ ਇਸ ਦੀ ਉਦਾਹਰਨ ਇਸ ਲੇਖ ਵਿੱਚ ਉਹ ਦੋ ਪ੍ਰਸੰਗਾਂ ਰਾਹੀਂ ਦਿੰਦੀ ਆ। ਪਹਿਲਾ ਪ੍ਰਸੰਗ ਸਤੀ ਦੀ ਪਰੰਪਰਾ ਜਾਂ ਸਤੀ ਦੀ ਰੀਤ ਦੇ ਚੱਲਣ ਦੇ ਖਾਤਮੇ ਨਾਲ ਸੰਬੰਧਿਤ ਹੈ। ਬਸਤੀਵਾਦੀ ਸਾਮਰਾਜਵਾਦ ਨੇ ਜਦੋਂ ਸਤੀ ਦੇ ਪ੍ਰਥਾ ਦੇ ਖਾਤਮਾ ਕੀਤਾ ਤੇ ਉਹਨਾਂ ਨੇ ਉਦੋਂ ਉਹਨਾਂ ਨੂੰ ਹਿੰਦੂ ਬਸਤੀਵਾਦੀ ਸਾਮਰਾਜਵਾਦ ਨੇ ਸਤੀ ਪ੍ਰਥਾ ਦੇ ਖਾਤਮੇ ਦੇ ਰਾਹੀਂ ਹਿੰਦੂ ਔਰਤ ਨੂੰ ਇੱਕ ਅਜਿਹੀ ਧਿਰ ਵਜੋਂ ਘੜਿਆ ਜਿਸ ਨੂੰ ਹਿੰਦੂ ਪੁਰਸ਼ ਤੰਤਰ ਤੋਂ ਬਚਾਉਣ ਦੀ ਲੋੜ ਸੀ ਕਿ ਉਹ ਜਾਣੀ ਗੋਰੇ ਭਾਰਤੀ ਔਰਤਾਂ ਨੂੰ ਭਾਰਤੀ ਮਰਦਾਂ ਅਤੇ ਭਾਰਤੀ ਸੱਭਿਆਚਾਰ ਦੀਆਂ ਅਮਾਨਵੀ ਬਣਤਰਾਂ ਤੋਂ ਬਚਾਉਣ ਵਾਲੇ ਸਨ। ਇਸ ਤਰ੍ਹਾਂ ਉਹਨਾਂ ਨੇ ਸਿੱਧ ਕੀਤਾ। ਇਸ ਦੇ ਸਮਾਨਾਂਤਰ ਜਿਹੜੇ ਉਸ ਵੇਲੇ ਨੈਸ਼ਨਲਿਸਟ ਸੀ ਜਾਂ ਭਾਰਤੀ ਪੁਰਸ਼ਵਾਦੀ ਤੰਤਰ ਸੀ ਉਹਨੇ ਇਹ ਸਥਾਪਿਤ ਕੀਤਾ ਕਿ ਸਤੀ ਅਸੀਂ ਕੋਈ ਧੱਕੇ ਨਾਲ ਨਹੀਂ ਕਿਸੇ ਨੂੰ ਸਤੀ ਬਣਾ ਰਹੇ ਹੈ, ਸਤੀ ਅਸਲ ਵਿੱਚ ਖੁਦ ਇੱਛਾ ਨਾਲ ਮਰਨਾ ਹੈ। ਤੇ ਇਸ ਤਰੀਕੇ ਨਾਲ ਇਹ ਦੋਵੇਂ ਧਿਰਾਂ ਕਿ ਜਿਹੜੀ ਗੋਰੇ ਸੀ ਅੰਗਰੇਜ਼ ਸੀ ਉਹ ਵੀ ਤੇ ਦੂਜੇ ਪਾਸੇ ਜਿਹੜਾ ਨੈਸ਼ਨਲਿਸਟ ਸੀ ਭਾਰਤੀ ਹਿੰਦੂ ਪੁਰਸ਼ ਤੰਤਰ ਸੀ ਉਹ ਇਹ ਥਾਂ ਕਿਤੇ ਨਹੀਂ ਛੱਡਦੇ ਜਾਂ ਇਹ ਥਾਂ ਕਿਤੇ ਨਜ਼ਰ ਨਹੀਂ ਆਉਂਦੀ ਕਿ ਜਿਹੜੀ ਸਤੀ ਹੋਣ ਵਾਲੀ ਔਰਤ ਆ ਉਹ ਕੀ ਸੋਚਦੀ ਸੀ, ਕਿਵੇਂ ਸੋਚਦੀ ਹੋਊਗੀ, ਕਿ ਇਸ ਗੱਲ ਲਈ ਕੋਈ ਸਪੇਸ ਨਹੀਂ ਕਿ ਉਸਦਾ ਬੋਲ ਨਸ਼ਰ ਹੋ ਸਕੇ। ਉਹ ਦੋਵਾਂ ਧਿਰਾਂ ਦੇ ਪ੍ਰਵਚਨ ਦੇ ਵਿਚਕਾਰ ਖਾਮੋਸ਼ ਕਰ ਦਿੱਤੀ ਜਾਂਦੀ ਹੈ। ਇਸ ਤਰੀਕੇ ਦੋਵੇਂ ਧਿਰਾਂ ਹੀ ਆਪੋ ਆਪਣੇ ਤਰੀਕੇ ਸਤੀ ਦੇ ਰੂਪ ਵਿੱਚ ਹਾਸ਼ੀਅਗਤ ਔਰਤ ਦਾ ਦਮਨ ਕਰਦੇ ਹਨ। ਇੱਥੇ ਗੱਲ ਧਿਆਨਯੋਗ ਹੈ ਕਿ ਸਪਿਵਾਕ ਦਾ ਇਹ ਲੇਖ ਬਸਤੀਵਾਦੀ ਨਿਜ਼ਾਮ ਦੀ ਪ੍ਰਵਚਨਕਾਰੀ ਦੇ ਸਮਾਨਾਂਤਰ ਉਸ ਹਿੰਦੂ ਤੰਤਰ ਦਾ ਵਿਰੋਧ ਵੀ ਹੈ ਜਿਸ ਦੇ ਕਾਰਨ ਸਤੀ ਵਰਗੀ ਰੀਤ ਦਾ ਔਰਤ ਸ਼ਿਕਾਰ ਹੁੰਦੀ ਹੈ। ਇਹ ਗੱਲ ਵੀ ਧਿਆਨਯੋਗ ਹੈ ਕਿ ਸਪਿਵਾਕ ਜਦੋਂ ਸਤੀ ਪ੍ਰਥਾ ਨੂੰ ਖਤਮ ਕਰਨ ਦੇ ਮਾਮਲੇ ਵਿੱਚ ਬਸਤੀਵਾਦੀ ਨਿਜ਼ਾਮ ਦੀ ਅਸਲ ਮਨਸ਼ਾ ਨੂੰ ਉਘਾੜਦੀ ਹੈ ਤਾਂ ਉਸਦਾ ਭਾਵ ਇਹ ਕਦੇ ਨਹੀਂ ਸੀ ਕਿ ਅੰਗਰੇਜ਼ਾਂ ਨੇ ਕੁਝ ਗਲਤ ਕੀਤਾ ਸੀ ਜਾਂ ਉਹਨਾਂ ਨੂੰ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ ਸੀ। ਉਹ ਸਿਰਫ ਇਹ ਸੁਝਾਉਂਦੀ ਹੈ ਕਿ ਜੋ ਉਹਨਾਂ ਨੇ ਕੀਤਾ ਉਹਦੇ ਪਿੱਛੇ ਉਹਨਾਂ ਦਾ ਆਪਣਾ ਕੋਈ ਮੰਤਵ ਸੀ, ਆਪਣੇ ਹਿੱਤਾਂ ਨੂੰ ਪੂਰਨਾ ਸੀ। ਉਹਨਾਂ ਨੇ ਆਪਣੀ ਚੰਗਿਆਈ ਨੂੰ ਸਥਾਪਿਤ ਕਰਨ ਲਈ ਸਤੀ ਨੂੰ ਇੱਕ ਮਾਧਿਅਮ ਵਜੋਂ ਵਰਤਿਆ ਸੀ। ਸਤੀ ਨੂੰ ਕੋਈ ਆਵਾਜ਼, ਖੁਦ ਦੀ ਆਵਾਜ਼, ਸਤੀ ਦਾ ਬੋਲ ਕਿਤੇ ਨਹੀਂ ਸੁਣਿਆ ਗਿਆ ਸੀ। ਸਤੀ ਦੇ ਇਸ ਪ੍ਰਸੰਗ ਦੇ ਸਮਾਨਾਂਤਰ ਸਪਿਵਾਕ ਆਪਣੇ ਇਸ ਲੇਖ ਵਿੱਚ ਇੱਕ 16 ਸਾਲ ਦੀ ਜਵਾਨ ਲੜਕੀ ਭੁਵਨੇਸ਼ਵਰੀ ਦੇਵੀ ਦਾ ਪ੍ਰਸੰਗ ਦਰਜ ਕਰਦੀ ਹੈ। ਭੁਵਨੇਸ਼ਵਰੀ ਨੇ ਸੰਨ 1926 ਵਿੱਚ ਕਲਕੱਤੇ ਆਪਣੇ ਪਿਤਾ ਦੇ ਘਰ ਵਿੱਚ ਛੱਤ ਨਾਲ ਲਟਕ ਕੇ ਆਤਮ ਹੱਤਿਆ ਕਰ ਲਈ ਸੀ। ਇਹ ਆਤਮ ਹੱਤਿਆ ਇਸ ਕਾਰਨ ਇੱਕ ਅਜੀਬ ਘਟਨਾ ਬਣ ਗਈ ਸੀ ਕਿ ਆਤਮ ਹੱਤਿਆ ਦੇ ਵਕਤ ਭੁਵਨੇਸ਼ਵਰੀ ਨੂੰ ਮਾਹਵਾਰੀ ਆਈ ਹੋਈ ਸੀ। ਭੁਵਨੇਸ਼ਵਰੀ ਦੀ ਆਤਮ ਹੱਤਿਆ ਸਪਸ਼ਟ ਰੂਪ ਵਿੱਚ ਅਵੈਧ ਗਰਭ ਦਾ ਮਸਲਾ ਨਹੀਂ ਸੀ। ਉਸਨੇ ਇਸ ਤਰ੍ਹਾਂ ਕਿਉਂ ਕੀਤਾ ਉਹ ਬਹੁਤ ਸੁਭਾਵਿਕ ਆ ਕਿ ਜਦੋਂ ਵੀ ਹੁਣ ਵੀ ਇਸ ਤਰ੍ਹਾਂ ਹੋਵੇ, ਕੋਈ ਜਵਾਨ ਲੜਕੀ ਸੁਈਸਾਈਡ ਕਰ ਲਵੇ ਤਾਂ ਝੱਟ ਸਾਰੇ ਲੋਕ ਇਹ ਸੋਚਣ ਲੱਗ ਜਾਂਦੇ ਕਿ ਜ਼ਰੂਰ ਕੋਈ ਨਾ ਕੋਈ ਇਹਦੇ ਸੰਬੰਧ ਹੋਣਗੇ ਜਾਂ ਇਹ ਪ੍ਰੈਗਨੈਂਟ ਨਾ ਹੋ ਗਈ ਹੋਵੇ। ਇਸ ਤਰੀਕੇ ਦੀਆਂ ਗੱਲਾਂ ਮਨਾਂ ਦੇ ਵਿੱਚ ਉੱਭਰਨੀਆਂ ਸ਼ੁਰੂ ਹੋ ਜਾਂਦੀਆਂ। ਤਾਂ ਉਹਨੇ ਇਹ ਗੱਲ ਨੂੰ ਧਿਆਨ ਵਿੱਚ ਰੱਖਦੇ ਕਿ ਲੋਕ ਇਹ ਨਾ ਸਮਝਣ ਕਿ ਕੋਈ ਇਸ ਤਰ੍ਹਾਂ ਦੀ ਗੱਲ ਆ ਕਿ ਉਹਨੇ ਉਦੋਂ ਆਤਮ ਹੱਤਿਆ ਕੀਤੀ ਜਦੋਂ ਉਸਨੂੰ ਮਾਹਵਾਰੀ ਆਈ ਹੋਈ ਸੀ।
ਤੇ ਪਰ ਉਹ ਮਰ ਜਾਂਦੀ ਹੈ, ਕਿਸੇ ਨੂੰ ਕੁਝ ਨਹੀਂ ਪਤਾ ਲੱਗਦਾ ਹੈਗਾ। ਲੋਕ ਫਿਰ ਵੀ ਇਸ ਤਰੀਕੇ ਦੇ ਅੰਦਾਜ਼ੇ ਲਾਉਣੋਂ ਨਹੀਂ ਹਟਦੇ ਤੇ ਗੱਲ ਉਦੋਂ ਸਪਸ਼ਟ ਹੁੰਦੀ ਹੈ ਜਦੋਂ ਲਗਭਗ ਇੱਕ ਦਹਾਕਾ ਬਾਅਦ ਇੱਕ ਖਤ ਮਿਲਦਾ ਜਿਹੜਾ ਭੁਵਨੇਸ਼ਵਰੀ ਨੇ ਆਪਣੀ ਵੱਡੀ ਭੈਣ ਨੂੰ ਲਿਖਿਆ ਸੀ। ਤੇ ਇਹ ਵੱਡੀ ਭੈਣ ਸਿਪਿਵਾਕ ਦੀ ਦਾਦੀ ਸੀ। ਇਸ ਖਤ ਅਨੁਸਾਰ ਭੁਵਨੇਸ਼ਵਰੀ ਦੇਸ਼ ਦੀ ਆਜ਼ਾਦੀ ਲਈ ਹਥਿਆਰਬੰਦ ਲੜਾਈ ਲੜ ਰਹੇ ਇੱਕ ਸਮੂਹ ਦੀ ਮੈਂਬਰ ਸੀ ਤੇ ਸਮੂਹ ਨੇ ਉਸ ਨੂੰ ਇੱਕ ਰਾਜਨੀਤਿਕ ਹੱਤਿਆ ਦੀ ਜ਼ਿੰਮੇਵਾਰੀ ਸੌਂਪੀ ਸੀ, ਪਰ ਇਸ ਜ਼ਿੰਮੇਵਾਰੀ ਨੂੰ ਨਿਭਾ ਨਾ ਸਕਣ ਦੀ ਬੇਵਸੀ ਅਤੇ ਜ਼ਿੱਲਤ ਕਾਰਨ ਉਹ ਆਪਣੇ ਜੀਵਨ ਦੀ ਲੀਲਾ ਖਤਮ ਕਰਨ ਦਾ ਫੈਸਲਾ ਕਰਦੀ ਹੈ। ਭੁਵਨੇਸ਼ਵਰੀ ਨੂੰ ਇਸ ਗੱਲ ਦਾ ਅੰਦੇਸ਼ਾ ਸੀ ਕਿ ਉਸ ਦੀ ਮੌਤ ਨੂੰ ਅਵੈਧ ਸੰਬੰਧਾਂ ਨਾਲ ਜੋੜਿਆ ਜਾਵੇਗਾ, ਲਿਹਾਜ਼ਾ ਉਹ ਮਾਹਵਾਰੀ ਦੀ ਉਡੀਕ ਕਰਦੀ ਹੈ ਤਾਂ ਜੋ ਉਸ ਤੇ ਅਵੈਧ ਗਰਭ ਦਾ ਇਲਜ਼ਾਮ ਲਾਇਆ ਨਾ ਜਾ ਸਕੇ। ਉਹ ਆਪਣੀ ਦੇਹ ਦੇ ਰਾਹੀਂ ਬੇਹੱਦ ਜ਼ੋਰਦਾਰ ਤਰੀਕੇ ਨਾਲ ਸਥਾਪਤ ਨੂੰ ਰੂਪਾਂਤਰਿਤ ਕਰਨ ਦੀ ਕੋਸ਼ਿਸ਼ ਕਰਦੀ ਹੈ, ਪਰ ਇਸ ਦੇ ਬਾਵਜੂਦ ਭੁਵਨੇਸ਼ਵਰੀ ਦਾ ਪਰਿਵਾਰ ਅਤੇ ਉਸ ਦਾ ਆਲਾ ਦੁਆਲਾ ਉਸ ਦੀ ਮੌਤ ਨੂੰ ਅਵੈਧ ਸੰਬੰਧਾਂ ਦੀ ਵਿਆਕਰਨ ਨਾਲ ਹੀ ਜੋੜਦਾ ਹੈ ਅਤੇ ਅਜਿਹਾ ਉਸ ਦਾ ਖਤ ਮਿਲਣ ਤੋਂ ਬਾਅਦ ਵੀ ਜਾਰੀ ਰਹਿੰਦਾ ਹੈ। ਭੁਵਨੇਸ਼ਵਰੀ ਦੇ ਹਵਾਲੇ ਸਿਪਿਵਾਕ ਇਹ ਸਿੱਧ ਕਰਦੀ ਹੈ ਕਿ ਭੁਵਨੇਸ਼ਵਰੀ ਬਹੁਤ ਜ਼ੋਰਦਾਰ ਤਰੀਕੇ ਨਾਲ ਬੋਲੀ ਸੀ, ਪਰ ਇਸ ਦੇ ਬਾਵਜੂਦ ਉਸ ਦਾ ਬੋਲ ਕਿਤੇ ਵੀ ਪ੍ਰਵਾਨ ਨਹੀਂ ਚੜ ਸਕਿਆ। ਸਿਪਿਵਾਕ ਦਾ ਕਥਨ ਹੈ, ਭੁਵਨੇਸ਼ਵਰੀ attempted to speak by turning her body into a text of women writing. The immediate passion of my declaration, the subaltern cannot speak, came from the despair that in her own family among women in no more than 50 years her attempt had failed. The point that I was trying to make was that there was no valid institutional background. It could not be recognized. ਤਾਂ ਕੁੱਲ ਮਿਲਾ ਕੇ ਉਹ ਕਹਿੰਦੇ ਕਿ ਇਸ ਤਰ੍ਹਾਂ ਦਾ ਕੋਈ ਉੱਥੇ ਪ੍ਰਬੰਧ ਹੀ ਨਹੀਂ ਸੀ, ਮਾਨਸਿਕਤਾ ਹੀ ਨਹੀਂ ਸੀ ਜਿਹੜੀ ਭੁਵਨੇਸ਼ਵਰੀ ਦੀ ਰਜਿਸਟੈਂਸ ਨੂੰ ਜਿਹੜੀ ਆ ਉਹ ਸੁਣ ਪਾਉਂਦੀ। ਤੇ ਉਹ ਅੰਤ ਦੇ ਵਿੱਚ ਕਹਿੰਦੀ ਆ ਕਿ ਮੇਰੇ ਕਹਿਣ ਦਾ ਭਾਵ ਮਾਈ ਪੁਆਇੰਟ ਵਾਜ਼ ਨੋਟ ਟੂ ਸੇ ਦੈਟ ਦੇ ਕੁਡ ਨੋਟ, ਕਿ ਜਿਹੜੇ ਹਾਸ਼ੀਗਤ ਉਹ ਬੋਲ ਨਹੀਂ ਸਕਦੇ, ਬਲਕਿ ਇਹ ਆ ਕਿ ਜਦੋਂ ਉਹ ਕੁਝ ਬੋਲਦੇ ਆ ਤਾਂ ਉਹਨਾਂ ਦੇ ਬੋਲ ਨੂੰ ਐਕਨੋਲਜ ਨਹੀਂ ਕੀਤਾ ਜਾਂਦਾ, ਸੁਣਿਆ ਨਹੀਂ ਜਾ ਸਕਦਾ ਕਿਉਂਕਿ ਕੋਈ ਜਿਹੜੀ ਇੰਸਟੀਟਿਊਸ਼ਨਲ ਵੈਲੀਡੇਸ਼ਨ ਆ ਉਹ ਹੈ ਨਹੀਂ ਗੀ। ਸਿਪਿਵਾਕ ਦਾ ਇਹ ਲੇਖ ਇਸ ਤਰ੍ਹਾਂ ਇਤਿਹਾਸਕ ਅਤੇ ਰਾਜਨੀਤਿਕ ਬਣਤਰਾਂ ਅਤੇ ਬੋਲ ਨੂੰ ਸੰਭਵ ਕਰਨ ਵਾਲੇ ਤਰੀਕਿਆਂ ਰੂਪਾਂ ਵਿਚਕਾਰਲੇ ਪਾੜੇ ਨੂੰ ਉਭਾਰਨ ਅਤੇ ਪੂਰਨ ਦੀ ਕੋਸ਼ਿਸ਼ ਹੈ। ਇਹ ਕੋਸ਼ਿਸ਼ ਇੱਕ ਇਸ ਤਰ੍ਹਾਂ ਦੇ ਤਾਣੇ ਬਾਣੇ ਨੂੰ ਸਿਰਜਣ ਦੀ ਵੀ ਹੈ ਜਿਸ ਵਿੱਚ ਹਾਸ਼ੀਅਤ ਦਾ ਬੋਲ ਪ੍ਰਵਾਨ ਚੜ ਸਕੇ। ਇਸ ਚਰਚਾ ਤੋਂ ਬਾਅਦ ਇੰਨਾ ਕੁ ਤਾਂ ਕਿਹਾ ਹੀ ਜਾ ਸਕਦਾ ਕਿ ਇਹ ਲੇਖ ਇਤਿਹਾਸਕ ਅਤੇ ਰਾਜਨੀਤਿਕ ਬਣਤਰਾਂ ਅਤੇ ਬੋਲ ਨੂੰ ਸੰਭਵ ਕਰਨ ਵਾਲੇ ਤਰੀਕਿਆਂ ਵਿਚਕਾਰ ਜਿਹੜਾ ਪਾੜਾ ਉਸ ਨੂੰ ਉਭਾਰਨ ਦੀ ਕੋਸ਼ਿਸ਼ ਆ। ਇਹ ਕੋਸ਼ਿਸ਼ ਇੱਕ ਇਸ ਤਰ੍ਹਾਂ ਦੇ ਤਾਣੇ ਬਾਣੇ ਨੂੰ ਸਿਰਜਣ ਦੀ ਵੀ ਆ ਜਿਸ ਵਿੱਚ ਹਾਸ਼ੀਅਤ ਦਾ ਬੋਲ ਪ੍ਰਵਾਨ ਚੜ ਸਕੇ। ਇਹ ਕੋਸ਼ਿਸ਼ ਤਾਂ ਹੀ ਪ੍ਰਵਾਨ ਚੜ ਸਕਦੀ ਹੈ ਜੇਕਰ ਪੇਸ਼ਕਾਰੀ ਦੀ ਰਾਜਨੀਤੀ ਬੇਪਰਦਾ ਹੋ ਸਕੇ। ਸਿਪਿਵਾਕ ਅਨੁਸਾਰ ਜਿਹੜਾ ਵੀ ਹਾਸ਼ੀਅਤ ਦਾ ਅਧਿਐਨ ਕਰਦਾ ਉਸ ਨੂੰ ਆਪਣੀ ਬੌਧਿਕ, ਰਾਜਨੀਤਿਕ, ਸੱਭਿਆਚਾਰਕ ਸਥਿਤੀ ਦੀਆਂ ਸੀਮਾਵਾਂ ਦਾ ਗਿਆਨ ਹੋਣਾ ਚਾਹੀਦਾ। ਇਸ ਦੇ ਨਾਲ ਇਹ ਗੱਲ ਵੀ ਧਿਆਨਯੋਗ ਆ ਕਿ ਹਾਸ਼ੀਅਤ ਨੂੰ ਬੋਲ ਦੇਣ ਦਾ ਮਤਲਬ ਉਸ ਨੂੰ ਤਾਕਤ ਦੇਣਾ ਕਤਈ ਨਹੀਂ ਹੈ, ਕਿਉਂਕਿ ਤਾਕਤ ਆਪਣੇ ਆਪ ਵਿੱਚ ਖਾਮੋਸ਼ ਕਰ ਦੇਣ ਦੇ ਤੁੱਲ ਹੈ। ਇਹ ਇਵੇਂ ਦੀ ਗੱਲ ਹੈ ਕਿ ਜਿਵੇਂ ਕੋਈ ਹਾਸ਼ੀਅਤ ਦੇ ਹੱਥ ਵਿੱਚ ਬੰਦੂਕ ਫੜਾ ਦੇਵੇ ਤੇ ਉਹ ਹਿੰਸਾ ਦੀ ਉਸ ਤੋਰ ਨੂੰ ਫੜ ਲਵੇ ਜਿਸ ਨੂੰ ਤਾਕਤ ਨੇ ਹੀ ਸਿਰਜਿਆ ਹੁੰਦਾ ਹੈ ਤੇ ਜਿਸ ਰਾਹੀਂ ਤਾਕਤ ਨੇ ਹਾਸ਼ੀਅਤ ਨੂੰ ਆਪਣੇ ਕਬਜ਼ੇ ਵਿੱਚ ਲੈ ਲੈਣਾ ਹੁੰਦਾ ਹੈ। ਇਸ ਤਰ੍ਹਾਂ ਕਰਨ ਦੇ ਵਿਪਰੀਤ ਇਸ ਤਰ੍ਹਾਂ ਦੀਆਂ ਸਥਿਤੀਆਂ ਪੈਦਾ ਕਰਨਾ ਹੈ ਕਿ ਹਾਸ਼ੀਅਤ ਦਾ ਬੋਲ ਸੱਤਾ ਦੇ ਗਲਿਆਰਿਆਂ ਤੱਕ ਸੁਣਿਆ ਜਾ ਸਕੇ। ਇਸ ਪ੍ਰਸੰਗ ਵਿੱਚ ਮੈਨੂੰ ਇੱਥੇ ਪੌਲੋ ਫਰੇਰੇ ਦੀ ਕਿਤਾਬ ਪੈਡਾਗੋਜੀ ਆਫ ਦਾ ਅਪਰੈਸਡ ਵੀ ਯਾਦ ਆ ਰਹੀ ਆ। ਫਰੇਰੇ ਆਪਣੀ ਕਿਤਾਬ ਵਿੱਚ ਲਿਖਦਾ ਕਿ ਅਸੀਂ ਦਬਾਉਣ ਵਾਲੇ ਅਨਿਆਂ ਭਰੇ ਪ੍ਰਬੰਧਾਂ ਵਿੱਚ ਰਹਿ ਰਹੇ ਹਾਂ। ਇਹਨਾਂ ਪ੍ਰਬੰਧਾਂ ਨੇ ਮਨੁੱਖ ਨੂੰ ਅਮਾਨਵੀ ਬਣਾ ਦਿੱਤਾ ਹੈ। ਬੰਦੇ ਲਈ ਆਪਣੀ ਮਾਨਵੀਅਤਾ ਨੂੰ ਹਾਸਲ ਕਰਨਾ ਬਹੁਤ ਜ਼ਰੂਰੀ ਹੈ। ਇਸ ਲਈ ਜਿਹੜਾ ਦਮਿਤ ਹੈ ਉਸ ਨੂੰ ਆਪਣੇ ਮਾਨਵੀ ਖਾਸੇ ਨੂੰ ਵਾਪਸ ਲਿਆਉਣ ਲਈ ਸੰਘਰਸ਼ ਕਰਨਾ ਪਵੇਗਾ। ਇਸ ਸੰਘਰਸ਼ ਦੀ ਪਹਿਲੀ ਪੌੜੀ ਜ਼ੁਲਮ ਦੀ ਫਿਤਰਤ ਨੂੰ ਸਮਝਣ ਦੀ ਹੈ।
ਫਰੇਰੇ ਇੱਕ ਬਹੁਤ ਮਹੱਤਵਪੂਰਨ ਧਾਰਨਾ ਇਹ ਦਿੰਦਾ ਕਿ ਦਮਿਤ ਨੇ ਆਪਣੀਆਂ ਕੋਸ਼ਿਸ਼ਾਂ ਨਾਲ ਖੁਦ ਹੀ ਮੁਕਤ ਨਹੀਂ ਹੋਣਾ ਹੁੰਦਾ, ਸਗੋਂ ਜ਼ੁਲਮ ਕਰਨ ਵਾਲੇ ਨੂੰ ਵੀ ਮੁਕਤ ਕਰਨਾ ਹੁੰਦਾ ਹੈ, ਕਿਉਂਕਿ ਜ਼ੁਲਮ ਕਰਦਿਆਂ ਉਹ ਵੀ ਆਪਣੀ ਮਾਨਵੀਅਤਾ ਨੂੰ ਗੁਆ ਬੈਠਾ ਹੁੰਦਾ ਹੈ। ਫਰੇਰੇ ਲਿਖਦਾ ਹੈ ਕਿ ਦਮਿਤ ਨੂੰ ਇਸ ਗੱਲ ਪ੍ਰਤੀ ਬੇਹੱਦ ਚਤਿੰਨ ਰਹਿਣਾ ਪਏਗਾ ਕਿ ਉਹ ਜ਼ੁਲਮ ਤੋਂ ਮੁਕਤੀ ਪਾਉਂਦਾ ਕਿਤੇ ਖੁਦ ਜ਼ਾਲਮ ਨਾ ਬਣ ਜਾਵੇ, ਖੁਦ ਜ਼ੁਲਮ ਕਰਨ ਵਾਲਾ ਨਾ ਬਣ ਜਾਵੇ। ਬਹੁਤ ਮਹੱਤਵਪੂਰਨ ਧਾਰਨਾ ਕਿ ਲੜਾਈ ਲੜਦਿਆਂ ਕਿ ਜਿਸ ਦੇ ਖਿਲਾਫ ਲੜਾਈ ਲੜੀ ਜਾ ਰਹੀ ਹੈ, ਜਿਸ ਚੀਜ਼ ਦੇ ਖਿਲਾਫ ਲੜਾਈ ਲੜੀ ਜਾ ਰਹੀ ਹੈ, ਉਹੀ ਖੁਦ ਨਾ ਧਾਰਨ ਕਰ ਲਈ ਜਾਵੇ। ਤਾਂ ਫਰੇਰੇ ਤੋਂ ਵਾਪਸ ਵਿਵੇਕ ਦੇ ਲੇਖ ਤੇ ਆਉਂਦੇ ਹਾਂ ਤਾਂ ਇਹ ਲੇਖ ਕੁੱਲ ਮਿਲਾ ਕੇ ਇੱਕ ਅਜਿਹੀ ਆਧਾਰ ਭੂਮੀ ਤਿਆਰ ਕਰਨ ਦੀ ਕੋਸ਼ਿਸ਼ ਆ ਜਿਸ ਵਿੱਚ ਦੂਜੇ ਨੂੰ ਆਪਣੇ ਮੁਹਾਵਰੇ ਵਿੱਚ ਰੂਪਾਂਤਰਿਤ ਕਰਨ ਦੀ ਬਜਾਏ ਉਸ ਨੂੰ ਹੁੰਗਾਰਾ ਭਰਿਆ ਜਾ ਸਕੇ, ਕਿ ਉਹਨੂੰ ਆਪਣੀ ਭਾਸ਼ਾ ਦੇਣ ਦੀ ਬਜਾਏ ਉਹ ਕੀ ਕਹਿ ਰਿਹਾ ਇਹ ਸੁਣਨਾ ਸੰਭਵ ਹੋਵੇ, ਸੁਣਨ ਦੀ ਕੋਸ਼ਿਸ਼ ਕੀਤੀ ਜਾਵੇ। ਤੇ ਉਹ ਇਸ ਤਰ੍ਹਾਂ ਹੋਣ ਦੀ ਇੱਕ ਵਿਧ ਸੁਝਾਉਂਦੀ ਹੈ, ਇੱਕ ਤਰੀਕਾ ਸੁਝਾਉਂਦੀ ਹੈ, ਉਸਨੂੰ ਕਹਿੰਦੀ ਕਿ ਟੂ ਲਰਨ ਫਰੋਮ ਬਿਲੋ, ਕਿ ਅਸੀਂ ਹੇਠਾਂ ਤੋਂ ਸਿੱਖਣ ਨੂੰ ਸਿੱਖੀਏ, ਭਾਵ ਕਿ ਜਿਹੜੇ ਸਵਾਲਟਰਨ ਹਨ ਉਹਨਾਂ ਤੋਂ ਸਿੱਖ ਕੇ ਹੀ ਇਸ ਤਰ੍ਹਾਂ ਦਾ ਕੋਈ ਪ੍ਰਬੰਧ ਸਿਰਜਿਆ ਜਾ ਸਕਦਾ ਹੈ ਜਿਸ ਵਿੱਚ ਜਿਹੜਾ ਸਵਾਲਟਰਨ ਦਾ ਬੋਲ ਸੰਭਵ ਹੋਵੇ। ਸਿਪਿਵਾਕ ਦਾ ਇੱਕ ਬਹੁਤ ਰੌਚਕ ਉਚਾਰ ਹੈ ਜਿਸ ਵਿੱਚ ਉਹ ਲਿਖਦੀ ਹੈ ਕਿ ਮੈਂ ਹੁਣ ਪਿਛਲੇ ਲੰਮੇ ਸਮੇਂ ਤੋਂ ਲੈ ਕੇ ਹੁਣ ਤੱਕ ਇਹ ਲਗਾਤਾਰ ਕੋਸ਼ਿਸ਼ ਕਰ ਰਹੀ ਹਾਂ ਕਿ ਸਵਾਲਟਰਨ ਹਾਸ਼ੀਗਤ ਦੀ ਗੱਲ ਹੋ ਸਕੇ, ਪਰ ਹੁਣ ਕਹਿੰਦੀ ਹੈ ਕਿ ਮੇਰਾ ਧਿਆਨ ਇਸ ਗੱਲ ਨਾਲੋਂ ਕਿ ਜਿਹੜੇ ਹਾਸ਼ੀਗਤ ਨੇ ਉਹਨਾਂ ਦੀ ਆਵਾਜ਼ ਕਿੱਥੇ ਪਹੁੰਚ ਰਹੀ ਆ, ਉਹਨਾਂ ਦੇ ਸਮਾਨਾਂਤਰ ਹੁਣ ਮੈਂ ਇਸ ਚੀਜ਼ ਤੇ ਕੋਸ਼ਿਸ਼ ਕਰ ਰਹੀ ਹਾਂ ਕਿ ਸਵਾਲਟਰਨ ਦੀਆਂ ਲੋੜਾਂ ਤੋਂ ਅਗਾਂਹ ਉਹਨਾਂ ਦੀਆਂ ਇੱਛਾਵਾਂ ਵੱਲ ਵੀ ਧਿਆਨ ਧਰਿਆ ਜਾਵੇ, ਕਿਉਂਕਿ ਇਨਸਾਨ ਹੋਣ ਦਾ ਮਤਲਬ ਹੁੰਦਾ ਕਿ ਲੋੜਾਂ ਦੇ ਨਾਲ ਨਾਲ ਜਿਹੜੀਆਂ ਇੱਛਾਵਾਂ ਹੋਣੀਆਂ। ਪਰ ਹੁਣ ਤੱਕ ਜਿਵੇਂ ਅਸੀਂ ਸਵਾਲਟਰਨ ਨੂੰ ਸਮਝਿਆ ਉਹਦੇ ਵਿੱਚ ਅਸੀਂ ਸਿਰਫ ਇੰਨਾ ਕਹਿ ਕੇ ਗੱਲ ਮੁਕਾ ਦਿੰਦੇ ਹਾਂ ਕਿ ਜੇ ਲੋੜਾਂ ਪੂਰੀਆਂ ਹੋ ਗਈਆਂ ਤਾਂ ਸਭ ਠੀਕ ਆ। ਲੋੜਾਂ ਵੀ ਉਹ ਜਿਹੜੀ ਉੱਚੀ ਸ਼੍ਰੇਣੀ ਜਾਂ ਜਿਹੜੇ ਸੱਤਾ ਤੇ ਕਾਬਜ਼ ਨੇ, ਜਾਂ ਸਿਪਿਵਾਕ ਦੇ ਮਾਮਲੇ ਜਿਹੜਾ ਵੈਸਟ ਆ, ਜਿਹੜਾ ਉਹ ਏਸੀ ਰੂਮਾਂ ਦੇ ਵਿੱਚ ਬੈਠਾ ਸੋਚਦਾ ਕਿ ਇਹੀ ਇਹਨਾਂ ਦੀਆਂ ਲੋੜਾਂ ਹੋਣਗੀਆਂ, ਕਿ ਸਾਨੂੰ ਲੋੜਾਂ ਤੋਂ ਹੁਣ ਗਾਂਹ ਸੋਚਣਾ ਚਾਹੀਦਾ ਜਦੋਂ ਅਸੀਂ ਸਵਾਲਟਰਨ ਬਾਰੇ ਸੋਚਣਾ ਕਿ ਉਹਨਾਂ ਦੀਆਂ ਡਿਜ਼ਾਇਰਸ, ਉਹਨਾਂ ਦੀਆਂ ਜਿਹੜੀਆਂ ਰੀਝਾਂ ਕੀ ਨੇ, ਤੇ ਉਹਨਾਂ ਰੀਝਾਂ ਤੋਂ ਬਿਨਾਂ ਜਿਹੜਾ ਅਸੀਂ ਰੀਝਾਂ ਨੂੰ ਜਾਣੇ ਬਿਨਾਂ ਅਸੀਂ ਜਿਹੜੀ ਆਪਣੀ ਸਿੱਖਿਆ ਪ੍ਰਬੰਧ ਆ ਜਾਂ ਸਵਾਲਟਰਨ ਨੂੰ ਸਮਝਣ ਵਾਲਾ ਸਿੱਖਿਆ ਪ੍ਰਬੰਧ ਆ ਉਹਦੇ ਵਿੱਚ ਤਬਦੀਲੀ ਨਹੀਂ ਲਿਆ ਸਕਦੇ। ਤੇ ਉਹ ਤਬਦੀਲੀ ਲਿਆਉਣ ਦਾ ਜਿਹੜਾ ਤਰੀਕਾ ਦੱਸਦੀ ਆ ਉਹਨੂੰ ਉਹ ਕਹਿੰਦੀ ਕਿ ਰੀਅਰੇਂਜਮੈਂਟ ਆਫ ਡਿਜ਼ਾਇਰ, ਕਿ ਅਸੀਂ ਵੱਖਰੀ ਤਰ੍ਹਾਂ ਨਾਲ ਕਲਪਨਾਵਾਂ, ਵੱਖਰੀ ਤਰ੍ਹਾਂ ਦੀਆਂ ਕਲਪਨਾਵਾਂ ਨੂੰ ਆਪਣੇ ਅੰਦਰ ਵਸਾ ਸਕੀਏ। ਇਸ ਲੈਕਚਰ ਦੇ ਅੰਤ ਵਿੱਚ ਸਿਪਿਵਾਕ ਦੀਆਂ ਕੁਝ ਉਹਨਾਂ ਧਾਰਨਾਵਾਂ ਬਾਬਤ ਮੈਂ ਗੱਲ ਕਰੂੰਗਾ ਜਿਹੜੀਆਂ ਇਸ ਲੇਖ ਨੂੰ ਸਮਝਣ ਵਿੱਚ ਸਹਾਈ ਹੋ ਸਕਦੀਆਂ ਨੇ। ਸਿਪਿਵਾਕ ਇਸ ਗੱਲ ਤੇ ਜ਼ੋਰ ਦਿੰਦੀ ਹੈ ਕਿ ਸਾਨੂੰ ਜ਼ਰੂਰ ਹੀ ਪੱਛਮੀ ਗਿਆਨਕਾਰੀ ਦੀ ਪਿਛਲੱਗਤਾ ਨੂੰ ਖਤਮ ਕਰ ਦੇਣਾ ਚਾਹੀਦਾ। ਇਹ ਗਿਆਨਕਾਰੀ ਅਸਿੱਧੇ ਰੂਪ ਵਿੱਚ ਬਸਤੀਵਾਦ ਅਤੇ ਨਵ ਬਸਤੀਵਾਦ ਦੇ ਹਿੱਤਾਂ ਦੀ ਪੂਰਕ ਹੈ। ਸਿਪਿਵਾਕ ਸਮਕਾਲੀ ਦੌਰ ਵਿੱਚ ਜਿਹੜੀਆਂ ਕਾਮਨਾਵਾਂ, ਖਾਹਿਸ਼ਾਂ ਦਾ ਪੁਨਰ ਪ੍ਰਬੰਧ ਆ ਉਹਦੀ ਗੱਲ ਕਰਦੀ ਆ ਕਿ ਸਾਨੂੰ ਆਪਣੀਆਂ ਡਿਜ਼ਾਇਰਸ ਜਿਹੜੀਆਂ ਰੀਅਰੇਂਜ ਕਰਨੀਆਂ ਪੈਣਗੀਆਂ। ਜਿਸ ਤਰ੍ਹਾਂ ਅਸੀਂ ਸੋਚਦੇ ਆਏ ਹਾਂ, ਚੀਜ਼ਾਂ ਨੂੰ ਕਲਪਦੇ ਆਏ ਹਾਂ, ਉਹ ਬਦਲਣਾ ਪਊਗਾ। ਤੇ ਇਸ ਤਰੀਕੇ ਨਾਲ ਹੀ ਅਸੀਂ ਜਿਹੜਾ ਪਰੰਪਰਾ ਤੇ ਆਧੁਨਿਕਤਾ, ਪਿਛੜਿਆ ਹੋਇਆ ਤੇ ਵਿਕਸਿਤ, ਉਹਦੀ ਦੋ ਵੰਡ ਤੋਂ ਬਾਹਰ ਜਾ ਸਕਾਂਗੇ, ਪਾਰ ਜਾ ਸਕਾਂਗੇ। ਸਿਪਿਵਾਕ ਕਾਮਨਾਵਾਂ ਦੀ ਪੁਨਰਬਿਉਂਤ ਵਿੱਚ ਸਾਹਿਤ ਨੂੰ ਸਭ ਤੋਂ ਅਹਿਮ ਸੰਦ ਸਥਾਪਿਤ ਕਰਦੀ ਹੈ। ਉਸ ਅਨੁਸਾਰ ਸਾਹਿਤ ਕੋਲ ਅਕਲਪਤ ਨੂੰ ਕਲਪਨਾ ਵਿੱਚ ਲਿਆਉਣ ਦੀ ਸਭ ਤੋਂ ਵਧੇਰੇ ਸ਼ਕਤੀ ਹੁੰਦੀ ਹੈ। ਸਿਪਿਵਾਕ ਵਿਸ਼ਵ ਚਿੰਤਨ ਦੇ ਵਿੱਚ ਸਾਹਿਤ ਦੀ ਭੂਮਿਕਾ ਨੂੰ ਇੱਕ ਤਰ੍ਹਾਂ ਪੁਨਰ ਸਥਾਪਿਤ ਕਰਦੀ ਹੈ ਕਿ ਜਦੋਂ ਅਸੀਂ ਹੁਣ ਇਹ ਸਮਝਣਾ ਸ਼ੁਰੂ ਕਰਤਾ ਜਾਂ ਦੁਨੀਆ ਨੇ ਇਹ ਸਮਝਣਾ ਸ਼ੁਰੂ ਕਰਤਾ ਕਿ ਸਾਹਿਤ ਦੀ ਬਹੁਤ ਕੋਈ ਭੂਮਿਕਾ ਨਹੀਂ, ਤਾਂ ਸਿਪਿਵਾਕ ਸਾਹਿਤ ਨੂੰ ਬਹੁਤ ਇੰਪੋਰਟੈਂਟ ਖਿਆਲ ਕਰਦੀ ਆ। ਤੇ ਉਹਦੇ ਅਨੁਸਾਰ ਕਿ ਸਾਹਿਤ ਹੀ ਆ ਜਿਹਦੇ ਨਾਲ ਅਸੀਂ ਜਿਹੜੀਆਂ ਸਾਡੀਆਂ ਸੋਚਾਂ ਨੇ ਉਹਨਾਂ ਨੂੰ ਜਰਬ ਦੇ ਸਕਦੇ ਹਾਂ, ਬਦਲ ਸਕਦੇ ਹਾਂ। ਜਿਹੜੀਆਂ ਉਹ ਕਥਾ ਕਹਾਣੀਆਂ ਨੇ ਉਹ ਸਾਨੂੰ ਬਦਲਣ ਦੀ ਸਮਰੱਥਾ ਰੱਖਦੀਆਂ ਨੇ। ਤਾਂ ਉਹ ਸਾਹਿਤ ਨੂੰ ਇੱਕ ਬਹੁਤ ਇੰਪੋਰਟੈਂਟ ਰੋਲ ਜਿਹੜਾ ਦਿੰਦੀ ਆ ਅੱਜ ਦੇ ਯੁੱਗ ਦੇ ਵਿੱਚ। ਜਿਹੜੀ ਆਪਾਂ ਸਿਪਿਵਾਕ ਦੀ ਸੰਸਾਰ ਨੂੰ ਵਿਲੱਖਣਤਾਵਾਂ ਸਹਿਤ ਪੜ੍ਹਨ ਦੀ ਗੱਲ ਕੀਤੀ ਸੀ, ਉਸ ਪ੍ਰਸੰਗ ਨੂੰ ਥੋੜ੍ਹਾ ਜਿਹਾ ਵਿਸਥਾਰ ਦਿੰਦੇ ਹਾਂ ਆਪਾਂ ਇੱਥੇ।
ਉਹ ਹੈਗੇ ਕਿ ਸਿਪਿਵਾਕ ਨੇ ਜਿਹੜਾ ਨਾਰੀਵਾਦ ਦੇ ਸੰਬੰਧ ਵਿੱਚ ਕੰਮ ਕੀਤਾ। ਸਿਪਿਵਾਕ ਪੱਛਮੀ ਅਤੇ ਭਾਰਤੀ, ਫ੍ਰੈਂਚ ਅਤੇ ਅੰਤਰਰਾਸ਼ਟਰੀ ਨਾਰੀਵਾਦ ਵਿਚਲੇ ਵੱਖਰੇਪਣ ਨੂੰ ਉਭਾਰਦੀ ਹੈ। ਉਸ ਦੀ ਧਾਰਨਾ ਕਿ ਪੱਛਮੀ ਨਾਰੀਵਾਦ ਦੀ ਸਿਧਾਂਤਕਾਰੀ ਨਾਲ ਭਾਰਤੀ ਔਰਤ ਨੂੰ ਨਹੀਂ ਪੜ੍ਹਿਆ ਜਾ ਸਕਦਾ। ਉਹ ਪੱਛਮੀ ਨਾਰੀਵਾਦ ਦੀ ਉਹ ਸੀਮਾ ਤੇ ਕਿੰਤੂ ਕਰਦੀ ਹੈ ਜਿਹੜੀ ਪਹਿਲਾਂ ਔਰਤ ਨੂੰ ਇੱਕ ਇਕਹਿਰੀ ਹੋਂਦ ਵਿੱਚ ਰੱਖ ਕੇ ਪਰਿਭਾਸ਼ਿਤ ਕਰਦੀ ਹੈ ਤੇ ਫਿਰ ਤਮਾਮ ਔਰਤ ਨੂੰ ਪ੍ਰਮਾਣਿਕ ਪੇਸ਼ਕਾਰੀ ਦੇਣ ਦਾ ਦਾਅਵਾ ਕਰਦੀ ਹੈ। ਸਿਪਿਵਾਕ ਆਪਣੇ ਲੇਖ ਫ੍ਰੈਂਚ ਫੈਮਿਨਿਜ਼ਮ ਇਨ ਐਨ ਇੰਟਰਨੈਸ਼ਨਲ ਫਰੇਮ ਵਿੱਚ ਜੂਲੀਆ ਕ੍ਰਿਸਤੀਵਾ ਦੀ ਚੀਨੀ ਔਰਤਾਂ ਬਾਰੇ ਲਿਖੀ ਕਿਤਾਬ ਦੀ ਇਸ ਆਧਾਰ ਤੇ ਤਿੱਖੀ ਆਲੋਚਨਾ ਕਰਦੀ ਹੈ ਕਿ ਜੂਲੀਆ ਕ੍ਰਿਸਤੀਵਾ ਨੇ ਆਪਣੀ ਕਿਤਾਬ ਰਾਹੀਂ ਜਿਸ ਔਰਤ ਨੂੰ ਸਮਝਣ ਅਤੇ ਪੇਸ਼ ਕਰਨ ਦਾ ਦਾਅਵਾ ਕੀਤਾ ਹੈ, ਅਸਲ ਵਿੱਚ ਉਸ ਨੂੰ ਉਸ ਔਰਤ ਦੀ ਕੋਈ ਜਾਣਕਾਰੀ ਹੀ ਨਹੀਂ ਹੈ। ਸਿਪਿਵਾਕ ਅਨੁਸਾਰ ਜੂਲੀਆ ਕ੍ਰਿਸਤੀਵਾ ਜਿਸ ਚੀਨੀ ਔਰਤ ਦੀ ਗੱਲ ਕਰਦੀ ਹੈ ਉਹ ਉਸ ਦੀ ਕਲਪਨਾ ਨੇ ਸਿਰਜੀ ਹੈ। ਉਹ ਏਸ਼ੀਆਈ ਸੰਦਰਭ ਦੇ ਹਵਾਲੇ ਪੱਛਮੀ ਨਾਰੀਵਾਦ ਦੇ ਉਸ ਖਾਸੇ ਦੀ ਵੀ ਤਿੱਖੀ ਆਲੋਚਨਾ ਕਰਦੀ ਹੈ ਜਿਹੜਾ ਨਿੱਜਵਾਦ ਇੰਡੀਵਿਜੂਅਲਿਜ਼ਮ ਨੂੰ ਨਾਰੀ ਸਮਝ ਅਤੇ ਨਾਰੀ ਉਤਥਾਨ ਦੀ ਕੇਂਦਰੀ ਬਣਤਰ ਵਜੋਂ ਸਥਾਪਿਤ ਕਰਦਾ ਹੈ। ਸਿਪਿਵਾਕ ਅਨੁਸਾਰ ਨਿੱਜਵਾਦ ਦੀ ਪ੍ਰਵਚਨਕਾਰੀ ਉਹਨਾਂ ਤਮਾਮ ਸੰਦਾਂ ਨੂੰ ਪਿੱਛੇ ਧੱਕ ਦਿੰਦੀ ਹੈ ਜਿਨ੍ਹਾਂ ਦੇ ਨਾਲ ਸਹਿ ਹੋਂਦ ਸੰਭਵ ਰਹਿੰਦੀ ਹੈ ਜਾਂ ਸੰਭਵ ਹੁੰਦੀ ਹੈ। ਅਸੀਂ ਆਪਣੇ ਆਲੇ ਦੁਆਲੇ ਵੀ ਦੇਖ ਸਕਦੇ ਹਾਂ ਕਿ ਭਾਰਤ ਦੇ ਵਿੱਚ ਜਿਸ ਤਰ੍ਹਾਂ ਦਾ ਪੰਜਾਬ ਦੇ ਵਿੱਚ ਫੈਮਿਨਿਜ਼ਮ ਚੱਲਿਆ, ਉਸਨੇ ਸਹਿ ਹੋਂਦ ਨੂੰ ਇੱਕ ਖਤਰਾ ਖੜਾ ਕੀਤਾ। ਬਹੁਤ ਸਾਰੀਆਂ ਚੰਗੀਆਂ ਗੱਲਾਂ ਵੀ ਵਾਪਰੀਆਂ ਉਸ ਦੇ ਹਵਾਲੇ ਨਾਲ, ਪਰ ਜਿਸ ਤਰ੍ਹਾਂ ਦਾ ਇੰਡੀਵਿਜੂਅਲਿਜ਼ਮ ਪ੍ਰਚਾਰਿਆ ਗਿਆ ਉਹਨੇ ਇੱਕ ਪ੍ਰੋਬਲਮ ਜਿਹੜੀ ਆ ਉਹ ਜਿਸ ਤਰ੍ਹਾਂ ਮਰਦ ਨੂੰ ਵਿਲਨ ਬਣਾ ਕੇ ਪੇਸ਼ ਕੀਤਾ ਗਿਆ, ਉਸਨੇ ਸਹਿ ਹੋਂਦ ਦੇ ਵਿੱਚ ਜਿਹੜੀਆਂ ਉਹ ਸਮੱਸਿਆਵਾਂ ਖੜੀਆਂ ਕੀਤੀਆਂ। ਸਿਪਿਵਾਕ ਇਸੇ ਸੰਦਰਭ ਵਿੱਚ ਅਧਿਕਾਰ ਆਧਾਰਿਤ ਨਾਰੀਵਾਦ ਦੀ ਥਾਂ ਜ਼ਿੰਮੇਵਾਰੀ ਆਧਾਰਿਤ ਨਾਰੀਵਾਦ ਦੀ ਗੱਲ ਕਰਦੀ ਹੈ। ਸਿਪਿਵਾਕ ਭਾਰਤੀ ਨਾਰੀ ਦੀ ਸਮਝਦਾਰੀ ਦੇ ਮਾਮਲੇ ਵਿੱਚ ਜਿੱਥੇ ਪੱਛਮੀ ਨਾਰੀਵਾਦ ਦੀਆਂ ਸੀਮਾਵਾਂ ਨੂੰ ਉਭਾਰਦੀ ਹੈ, ਉੱਥੇ ਨਾਲ ਹੀ ਨਾਰੀ ਪ੍ਰਸੰਗ ਵਿੱਚ ਉਹ ਭਾਰਤ ਦੀ ਰਾਜਨੀਤਿਕ ਪ੍ਰਵਚਨਕਾਰੀ ਦੀ ਸੀਮਾ ਨੂੰ ਵੀ ਸਾਫ਼ ਪ੍ਰਤੱਖ ਕਰਦੀ ਹੈ। ਉਸ ਅਨੁਸਾਰ ਦੇਸ਼ ਵੰਡ ਦੇ ਆਰ-ਪਾਰ ਫੈਲਿਆ ਭਾਰਤੀ ਸਮਾਜਵਾਦ ਅਤੇ ਆਜ਼ਾਦੀ ਸੰਘਰਸ਼ ਦਾ ਪ੍ਰਵਚਨ ਪ੍ਰਭਾਵੀ ਰੂਪ ਵਿੱਚ ਪੁਰਸ਼ ਕੇਂਦਰਿਤ ਹੈ ਅਤੇ ਇਸ ਵਿੱਚ ਔਰਤ ਦੀ ਭੂਮਿਕਾ ਨੂੰ ਕੋਈ ਥਾਂ ਨਹੀਂ ਹੈ। ਉਹ ਆਪਣੇ ਲੇਖ ਸਵਾਲਟਨ ਸਟੱਡੀਜ਼ ਡੀਕਨਸਟਰਕਟਿੰਗ ਹਿਸਟੋਰੀਓਗ੍ਰਾਫੀ ਵਿੱਚ ਇੱਕ ਬਹੁਤ ਇੰਪੋਰਟੈਂਟ ਜਿਹੜਾ ਸੰਕਲਪ ਆ ਉਹ ਸਟ੍ਰੈਟੇਜਿਕ ਐਸੈਂਸ਼ੀਅਲਿਜ਼ਮ ਦਾ ਪੇਸ਼ ਕਰਦੀ ਹੈ। ਇਸ ਸੰਕਲਪ ਰਾਹੀਂ ਸਿਪਿਵਾਕ ਸੰਸਾਰ ਨੂੰ ਉਸ ਦੀਆਂ ਵੱਖਰਤਾਵਾਂ ਵਿੱਚ ਪੜ੍ਹਨ ਦੀ ਪ੍ਰਕਿਰਿਆ ਵਿੱਚ ਦਰਪੇਸ਼ ਇੱਕ ਜਟਲ ਉਲਝਣ ਨੂੰ ਸੁਲਝਾਉਂਦੀ ਹੈ। ਵੱਖਰਤਾਵਾਂ ਵਿੱਚ ਪੜ੍ਹਨ ਦੀ ਪ੍ਰਕਿਰਿਆ ਹਰ ਕਿਸਮ ਦੀ ਸਮੂਹਕਤਾ, ਇਕਾਇਰਤਾ ਦਾ ਵਿਰੋਧ ਕਰਦੀ ਹੈ। ਲਿਹਾਜ਼ਾ ਰਾਜਨੀਤਿਕ ਅਤੇ ਸੱਭਿਆਚਾਰਕ ਖੇਤਰ ਵਿੱਚ ਜਿੱਥੇ ਸਭ ਕੁਝ ਬਹੁ ਗਿਣਤੀ ਦੀ ਰਾਜਨੀਤੀ ਨਾਲ ਹੁੰਦਾ, ਸਮੂਹਾਂ ਨਾਲ ਹੁੰਦਾ, ਸੰਗਠਿਤ ਹੋਣ ਨਾਲ ਹੁੰਦਾ, ਉੱਥੇ ਇਹ ਗੱਲ ਕਿ ਸਾਨੂੰ ਸੰਸਾਰ ਨੂੰ ਵੱਖਰਤਾਵਾਂ ਵਿੱਚ ਪੜ੍ਹਨਾ ਚਾਹੀਦਾ, ਸਾਨੂੰ ਜਿਹੜਾ ਆਪਣਾ ਆਤਮ ਆ ਉਸ ਨੂੰ ਬਚਾ ਕੇ ਰੱਖਣਾ ਚਾਹੀਦਾ, ਇਹ ਗੱਲ ਫਿਰ ਅਸਰਹੀਣ ਲੱਗਦੀ ਹੈ। ਸਿਪਿਵਾਕ ਇਸ ਮੁਸ਼ਕਲ ਨੂੰ ਹੱਲ ਕਰਨ ਲਈ ਇੱਕ ਅਜਿਹੀ ਰਣਨੀਤੀ ਦੀ ਗੱਲ ਕਰਦੀ ਹੈ ਜਿਸ ਵਿੱਚ ਵਿਭਿੰਨ ਸਮੂਹ ਬਾਵਜੂਦ ਵੱਖਰਤਾਵਾਂ ਦੇ ਕੁਝ ਸਾਂਝੇ ਮੁੱਦਿਆਂ ਨੂੰ ਲੈ ਕੇ ਵਕਤੀ ਤੌਰ ਤੇ ਸੰਗਠਿਤ ਹੋ ਜਾਣ। ਵਿਭਿੰਨ ਸਮੂਹ ਲਾਜ਼ਮੀ ਤੌਰ ਤੇ ਇੱਕ ਅਜਿਹੀ ਸਥਿਤੀ ਨੂੰ ਕੁਝ ਸਮੇਂ ਲਈ ਇਖਤਿਆਰ ਕਰਨ ਜਿਸ ਨਾਲ ਜਿਹੜਾ ਸੱਤਾ ਤੇ ਆ ਉਹ ਸੱਤਾ ਨੂੰ ਮਜਬੂਰ ਕੀਤਾ ਜਾ ਸਕੇ ਤਬਦੀਲੀ ਲਈ। ਸਿਪਿਵਾਕ ਅਨੁਸਾਰ ਬੇਸ਼ੱਕ ਵਿਭਿੰਨ ਔਰਤਾਂ ਸਮੂਹਾਂ ਦੇ ਅਲੱਗ-ਅਲੱਗ ਸਰੋਕਾਰ ਅਤੇ ਉਦੇਸ਼ ਹੋ ਸਕਦੇ ਹਨ ਤੇ ਹੋਣੇ ਵੀ ਚਾਹੀਦੇ ਨੇ, ਪਰ ਇਹ ਵੱਖਰਤਾ ਉਹਨਾਂ ਦੀ ਉਸ ਸਾਂਝੀ ਉਦੇਸ਼ ਪੂਰਤੀ ਦੇ ਵਿੱਚ ਅੜਚਨ ਨਹੀਂ ਬਣਨੀ ਚਾਹੀਦੀ ਜਿਸ ਦਾ ਅੰਤਮ ਉਦੇਸ਼ ਔਰਤ ਦੀ ਹੋਂਦ ਅਤੇ ਹੋਣੀ ਨੂੰ ਬਲਸ਼ਾਲੀ ਬਣਾਉਣਾ ਹੈ। ਲਿਹਾਜ਼ਾ ਵਿਭਿੰਨ ਔਰਤ ਸਮੂਹ ਜਾਂ ਜਿੰਨੇ ਵੀ ਜਿਹੜੇ ਸਵਾਲਟਨ ਸਮੂਹ ਨੇ ਉਹ ਕੁਝ ਸਮੇਂ ਲਈ ਇਕਜੁੱਟ ਹੋਣ, ਜਿਉਂ ਹੀ ਉਹਨਾਂ ਦਾ ਉਦੇਸ਼ ਪੂਰਾ ਹੋਵੇ ਉਹ ਜਿਹੜੀ ਆਪਣੀ ਇਕਾਇਰਤਾ ਸੰਗਠਨ ਆ ਉਹਨਾਂ ਦਾ ਉਸ ਨੂੰ ਖਤਮ ਕਰ ਦੇਣ, ਨਹੀਂ ਤਾਂ ਉਹ ਉਸੇ ਤਰ੍ਹਾਂ ਦੀ ਰਾਜਨੀਤੀ ਕਰਨ ਲੱਗ ਜਾਣਗੇ ਜਿਸ ਤਰ੍ਹਾਂ ਦੀ ਰਾਜਨੀਤੀ ਉਹਨਾਂ ਦੇ ਵਿਰੋਧੀ ਕਰਦੇ ਰਹੇ ਨੇ। ਉਹ ਫਰੇਰੀ ਦੀ ਗੱਲ ਕਿ ਉਹ ਫਿਰ ਜ਼ੁਲਮ ਦੇ ਖਿਲਾਫ ਲੜਦੇ ਖੁਦ ਜ਼ੁਲਮੀ ਹੋ ਜਾਣਗੇ। ਸਿਪਿਵਾਕ ਇੱਕ ਹੋਰ ਮਸ਼ਹੂਰ ਚਿੰਤਕਾ ਜੂਡਿਥ ਬਟਲਰ ਦੇ ਨਾਲ ਰਲ ਕੇ ਰਾਸ਼ਟਰ ਜਾਂ ਨੇਸ਼ਨ ਸਟੇਟ ਦੀ ਸਮਕਾਲੀ ਹੋਂਦ ਵਿਧੀ ਬਾਬਤ ਬਹੁਤ ਗੰਭੀਰ ਗੱਲਾਂ ਕਰਦੀ ਹੈ। ਇਹ ਗੱਲਾਂ ਉਹਨਾਂ ਦੀ ਸਾਂਝੀ ਪੁਸਤਕ ਹੂ ਸਿੰਗਸ ਦਾ ਨੇਸ਼ਨ ਸਟੇਟ ਵਿੱਚੋਂ ਪੜ੍ਹੀਆਂ ਜਾ ਸਕਦੀਆਂ ਨੇ। ਇਸ ਵਿੱਚ ਉਹ ਧਾਰਨਾ ਦਿੰਦੇ ਨੇ
ਕਿ ਵਿਸ਼ਵੀਕਰਨ ਅਤੇ ਅੰਤਰਰਾਸ਼ਟਰੀ ਪੂੰਜੀ ਦੇ ਪ੍ਰਚਲਨ ਕਾਰਨ ਨੇਸ਼ਨ ਸਟੇਟ ਹੁਣ ਉਸ ਤਰ੍ਹਾਂ ਸਟਰੋਂਗ ਨਹੀਂ ਰਹੀ, ਤਕੜੀ ਨਹੀਂ ਰਹੀ ਜਿਸ ਤਰ੍ਹਾਂ ਪਹਿਲਾਂ ਸੀ। ਹੁਣ ਦਾ ਜਿਹੜਾ ਦੌਰ ਆ ਇਸ ਵਿੱਚ ਜਿਹੜੀ ਪੂੰਜੀ ਆ ਉਹ ਜ਼ਿਆਦਾ ਤਾਕਤਵਰ ਹੋ ਗਈ ਹੈ, ਪੂੰਜੀ ਦੀ ਸੱਤਾ ਜ਼ਿਆਦਾ ਸ਼ਕਤੀਸ਼ਾਲੀ ਹੋ ਗਈ ਆ। ਤੇ ਇਸ ਸਥਿਤੀ ਦੇ ਵਿੱਚ ਜਿਹੜੀ ਨੇਸ਼ਨ ਸਟੇਟ ਆ ਉਹਦੇ ਵਿੱਚ ਜਿਹੜੇ ਆਮ ਲੋਕ ਨੇ ਉਹ ਰੂਪ ਬਟਾ ਗਏ ਨੇ ਕਿ ਰਾਜ ਅਤੇ ਅਧਿਕਾਰ ਦੀਆਂ ਸਮੀਕਰਨਾਂ ਮੂਲੋਂ ਹੀ ਬਦਲ ਗਈਆਂ ਨੇ। ਹੁਣ ਨਵੀਂ ਤਰ੍ਹਾਂ ਦੀ ਬਣਤਰ ਵਿੱਚ ਸਧਾਰਨ ਲੋਕਾਈ ਦੀ ਦਖਲਅੰਦਾਜ਼ੀ ਬੇਹੱਦ ਤੇਜ਼ੀ ਨਾਲ ਰਾਜ ਸੱਤਾ ਦੇ ਗਲਿਆਰਿਆਂ ਤੋਂ ਬਾਹਰ ਹੋ ਰਹੀ ਆ। ਹੁਣ ਰਾਸ਼ਟਰ ਇੱਕ ਅਜਿਹੀ ਪਾਰ-ਰਾਸ਼ਟਰੀ ਅਤੇ ਆਰਜ਼ੀ ਥਾਂ ਬਣ ਗਈ ਹੈ ਜਿਸ ਵਿੱਚ ਲੋਕ ਦਿਨ ਬ ਦਿਨ ਸੱਤਾ ਦੀ ਅੰਦਰੂਨੀ ਪ੍ਰਕਿਰਿਆ ਤੋਂ ਬਾਹਰ ਕੀਤੇ ਜਾ ਰਹੇ ਹਨ। ਇਸ ਤਰ੍ਹਾਂ ਹੋਣ ਕਾਰਨ ਰਾਸ਼ਟਰ ਨਾਲ ਜੁੜਨ ਦਾ ਭਾਵ ਜਾਂ ਰਾਸ਼ਟਰ ਦੇ ਨਾਲ ਆਪਣੇ ਆਪ ਨੂੰ ਪਰਿਭਾਸ਼ਿਤ ਕਰਨ ਦੀ ਪ੍ਰਕਿਰਿਆ ਲੋਪ ਹੋਣ ਦੇ ਰਸਤੇ ਤੇ ਹੈ। ਸਪਿਵਾਕ ਅਨੁਸਾਰ ਰਾਸ਼ਟਰ ਦੀ ਪਰੰਪਰਿਕ ਬਣਤਰ ਦੇ ਢਲਣ ਕਾਰਨ ਹੁਣ ਉਪ ਰਾਸ਼ਟਰਵਾਦ ਦੇ ਅਲੱਗ ਤਰ੍ਹਾਂ ਦੇ ਰੂਪ ਜਨਮ ਲੈ ਰਹੇ ਨੇ, ਜਿਨ੍ਹਾਂ ਵਿੱਚ ਸਟੇਟ ਤੇ ਨੇਸ਼ਨ ਦੋਵੇਂ ਅਲੱਗ-ਅਲੱਗ ਹੋਣ ਦੇ ਧਾਰਨੀ ਬਣ ਜਾਂਦੇ ਨੇ। ਅੰਤ ਵਿੱਚ ਮੈਂ ਇਹੀ ਕਹਿਣਾ ਕਿ ਗਾਇਤਰੀ ਚੱਕਰਵਰਤੀ ਸਪਿਵਾਕ ਨਿਰਸਨ ਦੇ ਮੁਸ਼ਕਲ ਨਾਲ ਸਮਝ ਵਿੱਚ ਆਉਣ ਵਾਲੀ ਚਿੰਤਕਾ ਹੈ, ਪਰ ਇਸ ਮੁਸ਼ਕਲ ਤੋਂ ਪਾਰ ਜਾਣ ਲਈ ਜਿੰਨੀ ਮਿਹਨਤ ਖਰਚ ਹੁੰਦੀ ਹੈ ਉਸ ਤੋਂ ਵੱਧ ਹੀ ਪ੍ਰਾਪਤੀ ਹੁੰਦੀ ਹੈ। ਪਰੰਪਰਾਗਤ ਸਮਝ ਅਤੇ ਚਲੰਤ ਧਾਰਨਾਵਾਂ ਦੇ ਆਰ-ਪਾਰ ਦੇਖਣ ਦੀ ਜਿਹੜੀ ਸਮਝਦਾਰੀ ਸਪਿਵਾਕ ਰਾਹੀਂ ਸਮਝ ਆਉਂਦੀ ਹੈ ਉਸ ਦਾ ਕੋਈ ਸਾਨੀ ਨਹੀਂ। ਸਪਿਵਾਕ ਨੂੰ ਪੜ੍ਹਨ ਤੋਂ ਬਾਅਦ ਸਿਧਾਂਤਕਾਰੀ ਦਾ ਪੱਛਮੀ ਚੌਖਟਾ ਸਾਡੇ ਸੰਦਰਭਾਂ ਲਈ, ਪੂਰਬੀ ਸੰਦਰਭਾਂ ਲਈ ਅਸਲੋਂ ਅਧੂਰਾ ਨਜ਼ਰ ਆਉਣ ਲੱਗਦਾ ਹੈ। ਉਹ ਪੂਰਬੀ ਸੰਦਰਭਾਂ ਦੇ ਅਧਿਐਨ ਲਈ ਸਿਧਾਂਤ ਦੇ ਪੂਰਬੀ ਰੂਪ ਦੀ ਤਲਾਸ਼ ਨੂੰ ਪਾਠਕ ਦੇ ਧੁਰ ਅੰਦਰ ਤੱਕ ਸਥਿਤ ਕਰ ਦਿੰਦੀ ਹੈ। ਸਿਧਾਂਤਕਾਰੀ ਦੇ ਖੇਤਰ ਵਿੱਚ ਸਪਿਵਾਕ ਆਪਣੇ ਮੂਲ ਵੱਲ ਵਾਪਸੀ ਦੀ ਸੂਚਕ ਹੈ। ਉਸ ਦੀ ਇਹ ਧਾਰਨਾ ਕਿ ਜਦੋਂ ਤੱਕ ਅਸੀਂ ਇਹ ਨਹੀਂ ਜਾਣ ਲੈਂਦੇ ਕਿ ਅਸੀਂ ਕੀ ਜਾਣਦੇ ਹਾਂ ਅਤੇ ਕਿਵੇਂ ਜਾਣਦੇ ਹਾਂ, ਅਸੀਂ ਆਪਣੇ ਜਾਣਨ ਨੂੰ ਰੂਪਾਂਤਰਿਤ ਨਹੀਂ ਕਰ ਸਕਦੇ। ਸਪਿਵਾਕ ਅੰਤਮ ਰੂਪ ਵਿੱਚ ਇਹ ਸੁਝਾਉਂਦੀ ਹੈ ਕਿ ਜਾਣੇ ਹੋਏ ਨੂੰ ਰੂਪਾਂਤਰਿਤ ਕਰ ਦੇਣ ਵਿੱਚ ਹੀ ਮਨੁੱਖ ਦੀ ਗਹਿਰੀ ਸਿਰਜਣਾਤਮਕਤਾ ਦੇ ਬੀਜ ਲੁਪਤ ਹੁੰਦੇ ਹਨ। ਹੁਣ ਲਈ ਇੰਨਾ ਹੀ। ਇਸ ਵੀਡੀਓ ਨੂੰ ਦੇਖਣ ਸੁਣਨ ਲਈ ਤੁਸੀਂ ਆਪਣਾ ਵਕਤ ਦਿੱਤਾ, ਇਸ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ।